ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਾ ਖਾਲਸਾ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ 455 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਹਾਂ 455 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 455 ਅੰਗ 455 ਇਹ ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਆਪਾਂ ਛੰਤ ਲੈ ਰਹੇ ਹਾਂ ਉਹ ਇਸ ਤੋਂ ਪਹਿਲਾਂ ਆਪਾਂ ਨੇ 4 ਛੰਤ ਹੋਏ ਆ, ਪੰਜਵਾਂ ਲੈ ਰਹੇ ਹਾਂ ਜੀ। ਮਹਾਰਾਜ ਮੇਹਰ ਕਰਨ। ਅੰਗ 455 ਆਸਾ ਮਹੱਲਾ ਪੰਜਵਾਂ ਸ਼ਲੋਕ। ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਸਾ ਮਹੱਲਾ ਪੰਜਵਾਂ ਸ਼ਲੋਕ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਇਹਦੇ ਵਿੱਚ ਦੇਖ ਲਓ ਬਿਲਕੁਲ ਜਿਹੜੇ ਹੈਗੇ ਨਾ ਕਰਮ ਕਾਂਡਾਂ ਦੀ ਕਿਤੇ ਵੀ ਜਗ੍ਹਾ ਨਹੀਂ ਹੈਗੀ ਆ। ਕਰਮ ਕਾਂਡਾਂ ਦੀ ਕਿਤੇ ਵੀ ਬਿਲਕੁਲ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ ਮਹਾਰਾਜ ਨੇ ਕਿ ਬਾਹਰ ਜਿਹੜੇ ਹੈਗੇ ਆ ਆਪਣੇ ਮਾਲਕ ਪਰਮਾਤਮਾ ਨੂੰ ਜੇ ਖੋਜਣਾ ਹੈਗਾ, ਕਹਿੰਦੇ ਮੈਂ ਤਾਂ ਥੱਕ ਗਈ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਕਹਿੰਦੇ ਗਾ ਕੇ ਬਹੁਤ ਜ਼ਿਆਦਾ ਜਿਹੜਾ ਹੈਗਾ ਮੈਂ ਵਿਅਰਥ ਜਿਹੜਾ ਹੈਗਾ ਸਮਾਂ ਗੁਜ਼ਾਰ ਕੇ ਥੱਕ ਗਈ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਦੋ ਹੈਗੇ ਦੇਖ ਲਓ ਇਹਦੇ ਵਿੱਚ ਦੋ ਨੁਕਤੇ। ਪਹਿਲੀ ਚੀਜ਼ ਹੈ ਸਾਧ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ ਬ੍ਰਹਮ ਗਿਆਨ ਮਿਲਣਾ ਹੈ ਤਾਂ ਉਹ ਮਾਲਕ ਪਰਮਾਤਮਾ ਦੇ ਆਉਣ ਦੀ ਪ੍ਰੋਬੇਬਿਲਿਟੀ ਹੋ ਸਕਦੀ ਹੈ। ਨਾਨਕ ਭੇਟੇ ਸਾਧ ਜਬ, ਸਾਧ ਦੇ ਧੱਦੇ ਨੂੰ ਔਂਕੜ ਨਹੀਂ ਲੱਗੇਗੀ। ਖਾਸ ਸਾਧ ਦੀ ਗੱਲ ਨਹੀਂ ਕਰ ਰਹੇ ਮਹਾਰਾਜ। ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ, ਕਹਿੰਦੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜਦ ਉਹਨਾਂ ਦੀ ਗਾਈਡੈਂਸ ਮਿਲੀ, ਉਹਨਾਂ ਦਾ ਗਿਆਨ ਮਿਲਿਆ। ਇਹ ਸਾਧ ਜਿਹੜੇ ਹੈਗੇ ਆ ਇਹ ਫਿਜ਼ੀਕਲ ਜਾਂ ਪਰਸਨ ਨਹੀਂ ਹੁੰਦਾ। ਇਹ ਸਾਧ ਜਿਹੜਾ ਹੈਗਾ ਗਿਆਨ ਹੁੰਦਾ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਨਾਨਕ ਭੇਟੇ ਸਾਧ ਜਪ, ਇਹ 10ਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ ਗਿਆਨ ਗੁਰੂ। ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਔਰ ਪਰਮਾਤਮਾ ਕਿੱਥੋਂ ਮਿਲਿਆ? ਮਨ ਦੇ ਅੰਦਰ। ਮਨ ਨੂੰ ਖੋਜਣਾ ਹੈ, ਮਨ ਦੇ ਅੰਦਰ ਵੜਨਾ ਹੈ। ਮਨ ਜਿਹੜਾ ਵਿਚਾਰ ਲੈ ਰਿਹਾ ਹੈ ਉਹਦੇ ਅੰਦਰ ਜਾਣਾ ਹੈ, ਉਹਦੇ ਵਿਚਾਰ ਬੰਦ ਕਰਨੇ। ਉਹਦਾ ਜਿਹੜਾ ਹੈਗਾ ਉਹਦੇ ਅੰਦਰ ਜਿਹੜੀ ਵਿਚਾਰਾਂ ਦਾ ਜਿਹੜਾ ਹੈਗਾ ਇਹੀ ਮੈਲ ਹੈਗੀ ਆ, ਇਹੀ ਯਾਤਰਾ ਹੈਗੀ ਆ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ। ਔਰ ਵਿਚਾਰ ਜਿਹੜੇ ਹੈਗੇ ਇਹ ਮੈਲ ਜਿਹੜੀ ਹੈ, ਸੰਸਕਾਰ ਜਿਹੜੇ ਹੈਗੇ ਇਹ ਕਿਵੇਂ ਬਣਦੇ ਆ? ਜਿੱਥੇ ਆਪਾਂ ਗਤੀ ਕਰਦੇ ਹਾਂ, ਜੋ ਵੀ ਐਕਸ਼ਨ, ਜੋ ਵੀ ਦੁਨੀਆ ਦੇ ਵਿੱਚ ਜਿਹੜੇ ਹੈ ਆਪਾਂ ਆਏ ਹਾਂ, ਜਿੱਥੇ ਵੀ ਆਪਾਂ ਜਿਹੜੇ ਹੈਗੇ ਆਪਣੇ ਸਵਾਸ ਲਗਾਵਾਂਗੇ, ਜੋ ਵੀ ਕੰਮ ਕਰਾਂਗੇ ਉਹਦੇ ਸੰਸਕਾਰ ਬਣਨੇ ਔਰ ਉਹਨਾਂ ਤੋਂ ਫਿਰ ਵਿਚਾਰ ਉੱਠਣੇ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਪਰਮਾਤਮਾ ਕਿੱਥੇ ਪ੍ਰਗਟ ਹੋਇਆ? ਮਨ ਦੇ ਵਿੱਚ, ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ। ਔਰ ਜੇ ਹਿਰਦਾ ਲੱਭਣ ਜਾਈਏ, ਸਰੀਰ ਦੇ ਵਿੱਚ ਹਿਰਦਾ ਨਹੀਂ ਲੱਭੇਗਾ। ਇਹ ਸੂਖਸ਼ਮ ਸਰੀਰ ਦੀ ਗੱਲ ਹੋ ਰਹੀ ਹੈ, ਸੂਖਸ਼ਮ ਹੈਗਾ ਸਾਰਾ ਕੁਝ।
ਕਹੀਏ ਕਿ ਆਪਣਾ ਹਿਰਦਾ ਦਿਲ ਹੈਗਾ ਨਾ ਬਈ ਨਾ। ਛੰਤ ਜਾਕੋ ਖੋਜੇ ਅਸੰਖ ਮੁਨੀ ਅਨੇਕ ਤਪੇ। ਉਹ ਮਾਲਕ ਪਰਮਾਤਮਾ ਨੂੰ, ਹੁਣ ਇਹ ਜਿਹੜਾ ਹੈਗਾ ਸ਼ਲੋਕ ਸੀਗਾ ਉਹਨੂੰ ਇਹ ਛੰਤ ਆ ਰਿਹਾ ਹੈ, ਉਹਦੀ ਐਕਸਪਲੇਨੇਸ਼ਨ। ਜਾਕੋ ਖੋਜੇ ਅਸੰਖ ਮੁਨੀ ਅਨੇਕ ਤਪੇ, ਕਹਿੰਦੇ ਉਸ ਮਾਲਕ ਪਰਮਾਤਮਾ ਨੂੰ ਅਨੇਕਾਂ ਹੀ ਜਿਹੜੇ ਹੈਗੇ ਆ ਰਿਸ਼ੀ ਮੁਨੀ ਜਿਹੜੇ ਆ ਖੋਜ ਰਹੇ ਆ। ਅਨੇਕਾਂ ਹੀ ਤਪਸੀ ਜਿਹੜੇ ਤਪ ਕਰ ਰਹੇ ਆ, ਕਠਿਨ ਤਪੱਸਿਆ ਕਰ ਰਹੇ ਆ, ਸਰੀਰ ਨੂੰ ਕਸ਼ਟ ਦੇ ਕੇ ਜਿਹੜੇ ਹੈਗੇ ਉਹ ਕਰਮ ਕਾਂਡ ਕਰ ਰਹੇ। ਕਿਹੜੇ ਕਿੰਨੇ ਕੁ? ਜਾਕੋ ਖੋਜੇ ਅਸੰਖ, ਕਹਿੰਦੇ ਅਸੰਖ ਗਿਣੇ ਹੀ ਨਹੀਂ ਜਾ ਸਕਦੇ। ਜਾਕੋ ਖੋਜੇ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧੇ ਗਿਆਨੀ ਜਾਪ ਜਪੇ। ਬ੍ਰਹਮਾ ਵਰਗੇ ਕਰੋੜਾਂ ਹੀ ਕਹਿੰਦੇ ਆਰਾਧਦੇ ਆ, ਕਰੋੜਾਂ ਹੀ ਬ੍ਰਹਮਾ ਵਰਗੇ ਜਿਹੜੇ ਹੈਗੇ ਆਰਾਧਦੇ ਆ ਭਾਈ। ਗਿਆਨੀ ਜਿਹੜੇ ਹੈਗੇ ਜਪ ਕਰਦੇ ਆ, ਜਪ ਜਪਦੇ ਆ ਉਸ ਮਾਲਕ ਨੂੰ ਖੋਜਣ ਦੇ ਵਾਸਤੇ, ਮਾਲਕ ਦਾ ਸਾਥ, ਮਾਲਕ ਨੂੰ ਦੇਖਣ ਦੇ ਵਾਸਤੇ। ਜਪ ਤਾਪ ਸੰਜਮ ਕਿਰਿਆ ਪੂਜਾ ਅਨੇਕ ਸੋਧਨ ਬੰਦਨਾ। ਕਹਿੰਦੇ ਅਨੇਕਾਂ ਹੀ ਜਪ ਕਰਦੇ ਆ, ਅਨੇਕਾਂ ਹੀ ਤਪ ਕਰਦੇ ਆ, ਅਨੇਕਾਂ ਹੀ ਸੰਜਮ ਕਰਦੇ ਆ, ਕਿਰਿਆ ਕਰਦੇ ਆ, ਪੂਜਾ ਕਰਦੇ ਆ। ਅਨੇਕ ਸੋਧਨ, ਆਪਣੇ ਆਪ ਨੂੰ ਸ਼ੁੱਧ ਕਰਨ ਦੇ ਯਤਨ। ਅਨੇਕ ਸੋਧਨ ਬੰਦਨਾ ਜਿਹੜੀ ਹੈਗੀ ਆ ਇਹ ਡੰਡੌਤ ਬੰਦਨ ਅਨਕਵਾਰ ਜਿਹੜਾ ਹੈਗਾ, ਜਿਵੇਂ ਜਿਹੜੇ ਹੈਗੇ ਮੁਸਲਮਾਨਾਂ ਦੇ ਵਿੱਚ ਜਿਹੜੇ ਹੈਗੇ ਆ ਸਜਦਾ ਕਰਦੇ ਆ, ਨਮਾਜ਼ ਪੜ੍ਹਦੇ ਆ, ਉਸ ਤਰੀਕੇ ਦੇ ਨਾਲ ਕਹਿੰਦੇ ਆ ਅਨੇਕ ਐਕਸ਼ਨ ਜਿਹੜੇ ਹੈਗੇ ਜਿਹੜੇ ਹੈ ਬੰਦਨਾ, ਔਰ ਅਨੇਕ ਜਪ ਤਪ ਸੰਜਮ ਕਿਰਿਆ ਇਹ ਪੂਜਾ ਕਰਦੇ ਆ ਭਾਈ। ਕਰ ਗਵਨ ਵਸੁਦਾ ਤੀਰਥ ਹੈ ਮਜਨ ਮਿਲਨ ਕੋ ਨਿਰੰਜਨਾ। ਔਰ ਧਰਤੀ ਤੇ ਵੀ ਜਿਹੜੇ ਹੈ ਗਵਨ ਕਰਦੇ ਆ, ਤੀਰਥਾਂ ਤੇ ਜਾਂਦੇ ਆ, ਇਸ਼ਨਾਨ ਕਰਦੇ ਆ, ਮਜਨ ਕਰਦੇ ਆ, ਪਵਿੱਤਰ ਹੋਣ ਦੇ ਵਾਸਤੇ। ਧਾਰਨਾ ਹੈਗੀ ਬਈ ਉੱਥੇ ਕਿਸੇ ਤੀਰਥ ਤੇ ਜਾ ਕੇ ਉੱਥੇ ਸਰੋਵਰ ਦੇ ਵਿੱਚ, ਦਰਿਆ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਹੜਾ ਹੈਗਾ ਪਵਿੱਤਰ ਹੋ ਜਾਈਦਾ ਹੈ, ਮੈਲ ਨਿਕਲ ਜਾਂਦੀ ਆ। ਕਰ ਗਵਨ ਵਸੁਧਾ ਤੀਰਥ ਹੈ ਮਜਨ ਮਿਲਨ ਕੋ ਨਿਰੰਜਨਾ। ਉਸ ਨਿਰੰਜਨ ਨੂੰ ਮਿਲਣ ਦੇ ਵਾਸਤੇ ਮਾਨੁਖ ਬਨ ਤਿੰਨ ਪਸ਼ੂ ਪੰਖੀ ਸਗਲ ਤੁਝੇ ਅਰਾਧ ਥੇ। ਇਹ ਦੁਨੀਆ ਜਿਹੜੀ ਹੈ, ਸ੍ਰਿਸ਼ਟੀ ਜਿਹੜੀ ਹੈਗੀ ਆ, ਮਿਲੀ ਹੀ, ਇਹ ਬਣਾਈ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ। ਉਸ ਮਾਲਕ ਪਰਮਾਤਮਾ ਨੇ ਉਹਦੇ ਨਾਲ ਮਰਜ ਹੋਣ ਵਾਸਤੇ, ਮਾਲਕ ਦੀ ਖੇਡ ਹੀ ਇਹ ਹੈਗੀ। ਜੀਵ ਜਿਹੜੇ ਹੈਗੇ, ਮਾਲਕ ਨੇ ਜੀਵ ਜਿਹੜੇ ਹੈਗੇ ਆਪਣੇ ਤੋਂ ਵੱਖ ਕਰਕੇ ਅਬਨਾਸੀ ਜਿਹੜੀਆਂ ਹੈਗੀਆਂ ਆਤਮਾ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਮਿਲਣ ਦਾ ਜਿਹੜਾ ਹੈਗਾ, ਲੱਭਣ ਦਾ ਜਿਹੜਾ ਹੈਗਾ, ਖੋਜਣ ਦਾ ਜਿਹੜਾ ਹੈਗਾ ਟਾਰਗੇਟ ਦਿੱਤਾ। ਇਹੀ ਖੇਡ ਹੈ ਮਾਲਕ ਪਰਮਾਤਮਾ ਦੀ। ਇਹ ਖੇਲ ਨੂੰ ਆਪ ਖੇਡ ਰਿਹਾ ਮਾਲਕ ਪਰਮਾਤਮਾ। ਔਰ ਇਹ ਖੇਡ ਜਿਹੜੀ ਹੈਗੀ ਇਹਦੇ ਵਿੱਚ ਜਿਹੜੇ ਬਨ ਵੀ ਹੈਗਾ, ਵੈਜੀਟੇਸ਼ਨ ਵੀ ਹੈਗੀ ਆ। ਜਿਹੜੀ ਬਨ ਮਤਲਬ ਜੰਗਲ, ਮਨੁੱਖ ਹੈਗੇ, ਸਭ ਤੋਂ ਉੱਚੀ ਜੂਨ ਹੈਗੀ, ਪਸ਼ੂ ਪੰਖੀ ਸਾਰੇ ਜੀਵ ਹੈਗੇ ਇਹਦੇ ਵਿੱਚ। ਸਾਰਿਆਂ ਦਾ ਟਾਰਗੇਟ ਉਹੀ ਹੈਗਾ। ਸਾਰੇ ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ ਉਹਦੇ ਹੁਕਮ ਦੇ ਵਿੱਚ, ਇਹ ਖੇਡ ਦੇ ਵਿੱਚ ਜਿਹੜੇ ਹੈਗੇ ਮੋਹਰੇ ਹੈਗੇ, ਉਹਦੇ ਹੁਕਮ 'ਚ ਚੱਲ ਰਹੇ ਆ। ਕੋਈ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਮਾਨੁਖ ਬਨ ਤਿੰਨ ਪਸ਼ੂ ਪੰਖੀ ਸਗਲ ਤੁਝੇ ਅਰਾਧਤੇ। ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏਗਾ ਤੇ। ਆਖਰੀ ਦੇ ਵਿੱਚ ਜਿਹੜਾ ਹੈਗਾ, ਛੰਤ ਦੀ ਆਖਰੀ ਲਾਈਨ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਦੱਸ ਰਹੇ ਭਾਈ, ਉੱਪਰ ਸਾਰੇ ਕਰਮ ਕਾਂਡ ਕਿਰਿਆ ਸਾਰਾ ਕੁਝ ਦੱਸਿਆ। ਟਾਰਗੇਟ ਸਹੀ ਹੈਗਾ, ਪਰ ਜਿਹੜਾ ਹੈਗਾ ਜ਼ਰੀਆ ਤਰੀਕਾ ਜਿਹੜਾ ਹੈਗਾ ਉਹ ਗਲਤ ਹੈਗਾ। ਦਿਆਲ ਲਾਲ ਗੋਬਿੰਦ ਨਾਨਕ, ਕਹਿੰਦੇ ਉਹ ਲਾਲ ਪਿਆਰਾ, ਧਰਤੀ ਦਾ ਮਾਲਕ, ਸੰਸਾਰ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ, ਦਿਆਲੂ ਮਿਲ ਸਾਧ ਸੰਗਤ ਹੋਏਗਾ ਤੇ। ਕਿ ਕਿਸ ਤਰ੍ਹਾਂ ਮਿਲਦਾ ਹੈ? ਕਹਿੰਦੇ ਸਾਧ ਸੰਗਤ ਦੇ ਨਾਲ ਮਿਲਦਾ ਹੈ। ਕਹਿੰਦੇ ਜੇ ਚਾਹੀਦਾ ਮਾਲਕ ਨੂੰ ਮਿਲਣਾ ਚਾਹੁੰਦਾ ਹੈ, ਮਾਲਕ ਤੇਰੇ ਅੰਦਰ ਪ੍ਰਗਟ ਹੋ ਜਾਏ, ਤੇਰੀ ਪ੍ਰੋਬੇਬਿਲਿਟੀ ਬਣ ਜਾਏ, ਮਿਲ ਸਾਧ ਸੰਗਤ ਹੋਏਗਾ ਤੇ ਤੇਰੀ ਉੱਚੀ ਅਵਸਥਾ ਹੋ ਜਾਏਗੀ। ਸਾਧ ਸੰਗਤ ਨੂੰ ਮਿਲ। ਪੂਰਾ ਦਾ ਪੂਰਾ ਛੰਤ ਜਿਹੜਾ ਹੈਗਾ ਉਹਦਾ ਮਹਾਰਾਜ ਨੇ ਜਿਹੜਾ ਹੈਗਾ ਇਹ
ਰਿਜ਼ਲਟ ਦਿੱਤਾ ਹੈ ਭਾਈ। ਪਹਿਲਾਂ ਦੱਸਿਆ ਆਹ ਗਲਤ ਆ, ਆਹ ਗਲਤ ਆ, ਆਹ ਗਲਤ ਆ, ਫਿਰ ਦੱਸਿਆ ਵੀ ਕਿਹੜੀ ਚੀਜ਼ ਕਰਨੀ ਕੀ ਹੈਗੀ, ਸਹੀ ਕੀ ਹੈਗਾ। ਕੋਟ ਵਿਸ਼ਨ ਅਵਤਾਰ ਸ਼ੰਕਰ ਜਟਾਤਾਰ, ਕਰੋੜਾਂ ਹੀ ਕਹਿੰਦੇ ਇੱਥੇ ਜਿਹੜਾ ਹੈਗਾ ਇੱਕ ਮੰਨਦੇ ਵਿਸ਼ਨੂੰ, ਇੱਥੇ ਮਹਾਰਾਜ ਤਾਂ ਕਹਿ ਰਹੇ ਕੋਟ ਵਿਸ਼ਨ ਅਵਤਾਰ ਸ਼ੰਕਰ ਜਟਾਤਾਰ, ਇਹ ਵੀ ਕਰੋੜਾਂ ਹੀ ਸ਼ੰਕਰ ਹੈਗੇ ਜਟਾਤਾਰ ਵਾਲੇ, ਕਰੋੜਾਂ ਹੀ ਸ਼ੰਕਰ ਹੋ ਗਏ, ਕਰੋੜਾਂ ਹੀ ਵਿਸ਼ਨੂੰ ਹੋ ਗਏ, ਵਿਸ਼ਨੂੰ ਵਰਗੇ ਅਵਤਾਰ। ਕੀ ਕਰਦੇ ਆ, ਕੀ ਉਹਨਾਂ ਦੀ ਖੁਆਇਸ਼ ਆ, ਚਾਹੇ ਤੁਝੇ ਦਿਆਰ ਮਨ ਤਨੇ ਰੁਚ ਅਪਾਰ, ਕਹਿੰਦੇ ਤੈਨੂੰ ਚਾਹੁੰਦੇ ਆ, ਤੈਨੂੰ ਮਿਲਣਾ ਚਾਹੁੰਦੇ ਆ, ਮਨ ਦੇ ਵਿੱਚ ਤੇ ਤਨ ਦੇ ਵਿੱਚ ਵੀ ਉਹਨਾਂ ਦੀ ਇੱਛਾ ਹੈਗੀ, ਰੁਚੀ ਹੈਗੀ ਉਸ ਅਪਾਰ ਮਾਲਕ ਪਰਮਾਤਮਾ ਨੂੰ ਮਿਲਣ ਦੀ, ਬਹੁਤ ਤਾਂਘ ਆ ਉਹਨਾਂ ਦੇ ਅੰਦਰ। ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ, ਕਹਿੰਦੇ ਉਹ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਅਗਮ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈਗਾ, ਅਪਹੁੰਚ ਗੋਬਿੰਦ ਧਰਤੀ ਦਾ ਮਾਲਕ, ਠਾਕੁਰ ਮਾਲਕ, ਸਗਲ ਪੂਰਕ ਪ੍ਰਭ ਧਨੀ, ਸਾਰਿਆਂ ਦੇ ਵਿੱਚ ਪੂਰਾ ਆ, ਔਰ ਉਹ ਧਨੀ ਹੈਗਾ, ਸਾਰਿਆਂ ਦਾ ਮਾਲਕ ਹੈਗਾ। ਸੁਰ ਸਿੱਧ ਗਣ ਗੰਧਰਵ ਧਿਆਵੈ ਜਖ ਕਿੰਨਰ ਗੁਣ ਭਨੀ, ਸੁਰ ਕਹਿੰਦੇ ਆ ਦੇਵਤੇ, ਸਿੱਧ ਕਹਿੰਦੇ ਸਿੱਧ ਲੋਕੀ, ਗਣ ਕਹਿੰਦੇ ਆ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਅਵਤਾਰ ਹੁੰਦੇ ਆ, ਅਵਤਾਰਾਂ ਦੇ ਫਿਰ ਜਿਹੜੇ ਹੈਗੇ ਉਹਨਾਂ ਦੇ ਸੇਵਕ ਜਿਹੜੇ ਹੈਗੇ ਉਹਨਾਂ ਨੂੰ ਗਣ ਕਹਿੰਦੇ ਆ, ਜਿਸ ਤਰ੍ਹਾਂ ਸ਼ਿਵ ਜੀ ਦੇ ਗਣ ਹੋ ਗਏ, ਵਿਸ਼ਨੂੰ ਦੇ ਗਣ ਹੋ ਗਏ, ਗੰਧਰਵ ਜਿਹੜੇ ਹੈਗੇ ਦੇਵਤਿਆਂ ਦੇ ਜਿਹੜੇ ਹੈਗੇ ਆ ਗਵਈਏ, ਧਿਆਵੈ ਤੈਨੂੰ ਤੇਰਾ ਧਿਆਨ ਕਰਦੇ ਆ, ਜਖ ਕਿੰਨਰ ਗੁਣ ਭਨੀ, ਜਖ ਕਹਿੰਦੇ ਆ ਜਿਹੜੇ ਇਹ ਵੀ ਜਿਹੜੇ ਹੈਗੇ ਇੱਕ ਦੇਵਤਿਆਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ, ਕਿੰਨਰ ਵੀ ਦੇਵਤਿਆਂ ਦੀ ਸ਼੍ਰੇਣੀ 'ਚ ਆਉਂਦੇ ਆ। ਜਿਹੜੇ ਕਿੰਨਰ ਹੁੰਦੇ ਆ ਉਹਨਾਂ ਦਾ ਧੜ ਜਿਹੜਾ ਹੈਗਾ ਜਾਨਵਰ ਦਾ ਹੁੰਦਾ ਹੈ, ਅਤੇ ਸਿਰ ਜਿਹੜਾ ਹੈਗਾ ਉਹ ਮਨੁੱਖ ਦਾ ਹੁੰਦਾ ਹੈ। ਇਹ ਨੀਵੀਂ ਕੈਟੇਗਰੀ ਆ ਦੇਵਤਿਆਂ ਦੇ ਵਿੱਚ। ਗੁਣ ਭਨੀ, ਇਹ ਵੀ ਗੁਣ ਭੰਦੇ ਬੋਲਦੇ ਆ। ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ, ਕਹਿੰਦੇ ਕਰੋੜਾਂ ਹੀ ਇੰਦਰ, ਇੱਕ ਨਹੀਂ ਕਰੋੜਾਂ ਹੀ ਇੰਦਰ, ਅਨੇਕਾਂ ਹੀ ਦੇਵਤੇ ਗਿਣੇ ਨਹੀਂ ਜਾਂਦੇ, ਜਪਤ ਸੁਆਮੀ ਜੈ ਜੈਕਾਰ, ਸਾਰੇ ਜਿਹੜੇ ਆ ਉਸ ਮਾਲਕ ਪਰਮਾਤਮਾ ਦੀ ਜੈ ਜੈਕਾਰ ਕਰਦੇ ਆ। ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲੇ ਉਧਾਰ, ਕਹਿੰਦੇ ਉਹ ਅਨਾਥਾਂ ਦਾ ਨਾਥ ਦਿਆਲੂ, ਇਹ ਸਾਰੇ ਜਿਹੜੇ ਹੈਗੇ ਇਹਦੇ ਵਿੱਚ ਪਤਾ ਹੈ ਮਹਾਰਾਜ ਦੱਸਣਾ ਚਾਹੁੰਦੇ ਆ ਕਿ ਉਹ ਦਿਆਲੂ ਜਿਹੜਾ ਪਰਮਾਤਮਾ ਹੈਗਾ, ਉਹ ਹੰਬਲ ਹੋ ਕੇ, ਅਨਾਥ ਹੋ ਕੇ, ਉਹ ਨਾਥ ਜਿਹੜਾ ਹੈਗਾ ਉਹਨੂੰ ਮਿਲਿਆ ਜਾ ਸਕਦਾ ਹੈ। ਸਾਧ ਸੰਗਤ, ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲੇ ਉਦਾਰ, ਸਾਧ ਸੰਗਤ ਨੂੰ ਮਿਲ ਕੇ ਜਿਹੜਾ ਹੈਗਾ ਇਸ ਸੰਸਾਰ ਸਮੁੰਦਰ ਤੋਂ ਉਦਾਰ ਹੋ ਸਕਦਾ ਹੈ। ਸੰਸਾਰ ਸਮੁੰਦਰ ਕੀ ਹੈਗਾ? ਸੰਸਾਰ ਸਮੁੰਦਰ ਹੈਗਾ ਜਨਮ ਮਰਨ ਦਾ ਗੇੜਾ, ਤਾਂ ਇਸ ਤੋਂ ਨਿਕਲਿਆ ਜਾ ਸਕਦਾ ਹੈ ਭਾਈ, ਹੋਰ ਕੋਈ ਆਪਸ਼ਨ ਨਹੀਂ ਹੈ। ਇਹ ਦੂਸਰਾ ਛੰਦ 2 ਨੰਬਰ ਪਾਇਆ, ਇਹ ਵੀ ਦੇਖ ਲਓ ਭਾਈ, ਆਖਰੀ ਲਾਈਨ ਸੇਮ ਦੀ ਸੇਮ ਗੱਲ ਕਹਿ ਰਹੀ ਹੈ ਜੋ ਪਹਿਲੇ ਦੀ ਕਹਿ ਰਹੀ ਸੀ। ਕੋਟ ਦੇਵੀ ਜਾਕੋ ਸੇਵੇਂ ਲక్ష్ਮੀ ਅਨਕ ਭਾਂਤ, ਕਹਿੰਦੇ ਕਰੋੜਾਂ ਹੀ ਦੇਵੀਆਂ ਤੇ ਲక్ష్ਮੀ ਜਿਹੜੀ ਹੈਗੀ ਆ, ਇਹ ਆਪਣੇ ਵਿਸ਼ਨੂੰ ਦੀ ਜਿਹੜੀ ਹੈਗੀ ਲక్ష్ਮੀ ਜਿਹੜੀ ਮਾਇਆ ਕਹਿੰਦੇ ਇਹਨੂੰ, ਕਹਿੰਦੇ ਇਹ ਵੀ ਅਨੇਕਾਂ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਨੂੰ ਸੇਵਦੀ ਹੈ। ਗੁਪਤ ਪ੍ਰਗਟ ਜਾਕੋ ਆਰਾਧੈ ਪੌਣ ਪਾਣੀ ਦਿਨ ਰਾਤ, ਔਰ ਕਹਿੰਦੇ ਕਈ ਚੀਜ਼ਾਂ, ਕਈ ਸ਼ਕਤੀਆਂ ਐਸੀਆਂ ਹੈਗੀਆਂ ਜਿਹੜੀਆਂ ਗੁਪਤ ਹੈਗੀਆਂ, ਕਈ ਪ੍ਰਗਟ ਹੈਗੀਆਂ, ਕਹਿੰਦੇ ਸਾਰੇ ਗੁਪਤ ਪ੍ਰਗਟ ਜਿਹੜੇ ਆ ਉਹ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਆ। ਹਵਾ, ਪਾਣੀ, ਇਹ ਸਾਰੇ ਤੱਤ, ਅਗਨੀ, ਸਾਰੇ ਤੱਤ ਦਿਨ ਰਾਤ ਚੱਲਦੇ ਆ, ਦਿਨ ਰਾਤ ਜਿਹੜੇ ਹੈਗੇ ਉਹਦੇ ਹੁਕਮ 'ਚ ਚੱਲ ਰਹੇ। ਸੂਰਜ, ਧਰਤੀ, ਚੰਦਰਮਾ ਸਾਰੇ ਗੁਪਤ ਪ੍ਰਗਟ ਜਾਕੋ ਆਰਾਧੇ ਪੌਣ ਪਾਣੀ ਦਿਨ ਰਾਤ, ਨਖੇਤਰ, ਤਾਰੇ, ਸਸੀਅਰ, ਚੰਦਰਮਾ, ਸੂਰਜ, ਇੱਕ ਨਹੀਂ ਅਨੇਕਾਂ ਹੀ। ਜੇ ਇੱਕ ਹੁੰਦਾ ਤੇ ਸੂਰ ਦੇ ਰਾਰੇ ਨੂੰ ਔਕੜ ਲੱਗਣੀ ਸੀ,
ਧਿਆਵੈਂ ਬਹੁਤ ਤੈਨੂੰ ਜਿਹੜੇ ਹੈਗੇ ਦਿਨ ਰਾਤ। ਵਸੁਧ ਗਗਨਾ ਗਾਵੈ, ਵਸੁਧ ਕਹਿੰਦੇ ਧਰਤੀ, ਗਗਨਾ ਕਹਿੰਦੇ ਆਕਾਸ਼, ਸਾਰਾ ਤੇਰੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ, ਸਾਰੀ ਦੀਆਂ ਸਾਰੀਆਂ ਖਾਣੀਆਂ ਅੰਡਜ ਜੇਰਸ ਸੇਤਜ ਉਤਪੁਜ, ਪੈਦਾਵਾਰ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਤਰੀਕੇ ਜਿਹੜੇ ਹੈਗੇ ਆ, ਸਗਲ ਬਾਣੀ ਸਾਰੇ ਜਿਹੜੇ ਹੈਗੇ ਜੀਵ ਜਿਹੜੇ ਆ ਜੋ ਵੀ ਬੋਲੀਆਂ ਬੋਲਦੇ ਆ, ਸਾਰੇ ਦੇ ਸਾਰੇ ਜੀਵ ਸਦਾ ਸਦਾ ਧਿਆਵੇ, ਸਾਰੇ ਦੇ ਸਾਰੇ ਤੇਰੇ ਹੁਕਮ ਦੇ ਵਿੱਚ, ਹਮੇਸ਼ਾ ਹੀ ਤੇਰੇ ਹੁਕਮ ਦੇ ਵਿੱਚ ਰਹਿੰਦੇ। ਸਿਮਰਤ ਪੁਰਾਣ ਚਤੁਰਵੇਦ ਹੈ, ਖਟ ਸ਼ਾਸਤਰ ਜਾਕੋ ਜਪਾਤ। ਇਹ 27 ਸਿਮਰਤੀਆਂ ਔਰ 18 ਪੁਰਾਣ, 4 ਵੇਦ, 6 ਖਟ ਮਤਲਬ 6 ਸ਼ਾਸਤਰ, ਇਹ ਵੀ ਜਿਹੜੇ ਹੈਗੇ ਉਸੇ ਮਾਲਕ ਪਰਮਾਤਮਾ ਦੀ ਗੱਲ ਕਰਦੇ ਆ। ਜਾਕੋ ਜਪਾਤ ਪਤਿਤ ਪਾਵਨ ਭਗਤ ਵਛਲ, ਨਾਨਕ ਮਿਲੀਏ ਸੰਗ ਸਾਤ। ਹੁਣ ਇੱਥੇ ਸਾਤ ਲਿਖਿਆ ਹੋਇਆ ਹੈ, ਨੁਕਤਾ ਸੇਮ ਦਾ ਸੇਮ ਹੈ, ਜਿਹੜਾ ਹਰੇਕ ਜਿਹੜੇ ਹੈਗੇ ਛੰਤ ਦੇ ਮਗਰ ਆਖਰੀ ਲਾਈਨ 'ਚ ਆਉਂਦਾ ਹੈ। ਸਤ ਸੰਗਤ, ਸਾਤ ਕਿਉਂ ਲਿਖਿਆ? ਕਿਉਂਕਿ ਉੱਪਰ ਜਪਾਤ ਲਿਖਿਆ ਹੈ, ਰਾਈਮ ਪੂਰਾ ਕਰਨਾ ਹੈ, ਇਸ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਸਾਤ ਲਿਖਤਾ। ਸੰਗ ਸਾਤ, ਸਤ ਸੰਗਤ, ਪਤਿਤ ਪਾਵਨ ਭਗਤ ਵਛਲ, ਨਾਨਕ ਮਿਲੀਏ ਸੰਗ ਸਾਤ। ਜੇ ਮਾਲਕ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਆ ਤੇ ਪਿਆਰਿਆ ਸਤ ਸੰਗਤ ਦੇ ਵਿੱਚ ਜੁੜਨਾ ਪਊਗਾ, ਸਤ ਸੰਗਤ ਕਰਨੀ ਪਊਗੀ। ਆਖਰੀ ਬੰਦ ਆ ਗਿਆ ਜੀ, ਆਖਰੀ ਛੰਤ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ। ਪੰਜਵੀਂ ਪਾਤਸ਼ਾਹੀ ਕੀ ਕਹਿ ਰਹੀ ਹੈ? ਦੇਖੋ, ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ। ਮਾਲਕਾ ਮੈਂ ਉੱਪਰ ਜਿਹੜਾ ਹੈਗਾ ਮੈਂ ਗਿਣਤੀ ਕੀਤੀ ਆ, ਉਹ ਜਿੰਨੀ ਕੁ ਤੂੰ ਮੈਨੂੰ ਜਣਾ ਦਿੱਤੀ ਆ ਮੇਰੇ ਜ਼ਿਹਨ ਦੇ ਵਿੱਚ ਆ ਗਈ, ਉਨੀ ਕੁ ਤਾਂ ਮੈਂ ਜਿਹੜਾ ਹੈਗਾ ਬੋਲ ਦਿੱਤੀ ਆ। ਪਰ ਅਣਜਾਣਤ ਜੋ ਸੇਵਾ ਤੇਤੀ ਨਹਿ ਜਾਏਗਾ ਨਹੀਂ। ਕਹਿੰਦੇ ਇਸ ਤੋਂ ਇਲਾਵਾ ਜਿਹੜੀ ਮੈਂ ਨਹੀਂ ਜਾਣਦਾ ਉਹ ਵੀ ਤੇਰੀ ਸੇਵਾ ਕਰ ਰਹੀ ਆ, ਤੇਰੇ ਹੁਕਮ 'ਚ ਚੱਲ ਰਹੀ ਆ। ਅਣਜਾਣਤ ਜੋ ਸੇਵਾ ਤੇਤੀ ਨਹਿ ਜਾਏਗਾ ਨਹੀਂ। ਕਹਿੰਦੇ ਉਹ ਮੇਰੇ ਕੋਲੋਂ ਨਹੀਂ ਗਿਣੀ ਜਾਂਦੀ, ਹੋਰ ਵੀ ਹੈਗੀ। ਅਵਗਤ ਅਗੰਤ ਅਥਾ ਠਾਕੁਰ ਸਗਲ ਮੰਜੇ ਬਾਹਰਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਅਵਗਤ ਹੈਗਾ, ਆਪਾਂ ਉਸ ਤੋਂ ਅਵਗਤ ਹੈਗੇ ਹਾਂ, ਅਪਹੁੰਚ ਹੈਗੇ ਹਾਂ। ਅਗੰਤ ਉਹ ਗਿਣਤੀ ਤੋਂ ਪਰੇ ਹੈਗਾ। ਅਥਾ ਹੈਗਾ, ਉਹਦਾ ਥਾ ਨਹੀਂ ਪਾਇਆ ਜਾ ਸਕਦਾ। ਉਹ ਮਾਲਕ ਹੈਗਾ ਠਾਕੁਰ ਸਗਲ ਮੰਜੇ ਬਾਹਰਾ, ਸਾਰਿਆਂ ਦੇ ਵਿੱਚ ਹੈ ਫਿਰ ਵੀ ਸਾਰਿਆਂ ਤੋਂ ਬਾਹਰ ਹੈ। ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ। ਸਾਰੇ ਦੇ ਸਾਰੇ ਜਾਚਕ ਹੈਗੇ, ਉੱਪਰ ਸਾਰੇ ਗਿਣਤੇ ਮਹਾਰਾਜ ਨੇ। ਕਹਿੰਦੇ ਸਾਰੇ ਜਾਚਨਾ ਕਰਦੇ, ਮਿਲਣਾ ਚਾਹੁੰਦੇ ਆ ਮਾਲਕ ਪਰਮਾਤਮਾ ਦੇ ਅੱਗੇ। ਸਾਰੇ ਦੇ ਸਾਰੇ ਉਸੇ ਦੇ ਮੰਗਤੇ ਹੈਗੇ, ਉਹ ਇੱਕੋ ਹੀ ਦਾਤਾ ਹੈਗਾ। ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ। ਕਹਿੰਦੇ ਉਹ ਦੂਰ ਨਹੀਂ ਹੈ ਪਾਏ, ਸੰਗ ਹੈਗਾ ਉਹ ਮਾਲਕ ਪਰਮਾਤਮਾ। ਜਾਹਰਾ ਜਹੂਰ, ਹਾਜ਼ਰਾ ਹਜੂਰ। ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ। ਵਸ ਭਗਤ ਥੀਆ ਮਿਲੇ ਜੀਆ, ਤਾਂ ਕੀ ਉਪਮਾ ਕਿਤ ਗਨੀ। ਕਹਿੰਦੇ ਭਾਈ ਉਹਦਾ ਇੱਕ ਜਿਹੜਾ ਹੈਗਾ ਖਾਸ ਜਿਹੜਾ ਹੈਗਾ ਉਹਦਾ ਸੁਭਾਅ ਹੈਗਾ, ਉਹ ਭਗਤਾਂ ਦੇ ਵਸ ਹੋ ਜਾਂਦਾ ਹੈ। ਭਗਤੀ ਨਹੀਂ ਲਿਖਿਆ ਹੋਇਆ ਇੱਥੇ, ਭਗਤ ਲਿਖਿਆ ਹੋਇਆ। ਵਸ ਭਗਤ ਥੀਆ, ਕਹਿੰਦੇ ਭਗਤ ਦੇ ਵਸ, ਭਗਤਾਂ ਦੇ ਵਸ ਹੋ ਜਾਂਦਾ ਹੈ ਉਹ ਮਾਲਕ ਪਰਮਾਤਮਾ। ਵਸ ਭਗਤ ਥੀਆ ਮਿਲੇ ਜੀਆ, ਤਾਂ ਕੀ ਉਪਮਾ ਕਿਤ ਗਨੀ। ਕਹਿੰਦੇ ਜਿਹੜੇ ਭਗਤ ਜਿਨ੍ਹਾਂ ਦੇ ਵਸ ਮਾਲਕ ਪਰਮਾਤਮਾ, ਕਹਿੰਦੇ ਉਹਦੀ ਉਪਮਾ ਮੈਂ ਕੀ ਗਿਣ ਸਕਦਾ, ਮੈਂ ਕੀ ਗਿਣ ਸਕਦਾ ਹਾਂ ਉਹਨਾਂ ਦੀ ਉਪਮਾ। ਵਸ ਭਗਤ ਥੀਆ ਮਿਲੇ ਜੀਆ, ਤਾਂ ਕੀ ਉਪਮਾ ਕਿਤ ਗਨੀ। ਕਿਸ ਤਰੀਕੇ ਦੇ ਨਾਲ ਮੈਂ ਕਿ ਉਹਨਾਂ ਦੀ ਉਪਮਾ ਕਰਾਂ। ਇਹ ਦਾਨ ਮਾਨ ਨਾਨਕ ਪਾਏ, ਸੀਸ ਸਾਧਾਂ ਧਰ ਚਰਣੀ। ਹੇ ਮੇਰੇ ਮਾਲਕਾ,
ਮੈਨੂੰ ਇਹ ਦਾਨ ਚਾਹੀਦਾ ਹੈ, ਖਾਸ ਦਾਨ ਚਾਹੀਦਾ ਹੈ, ਇਹ ਮਾਨ ਚਾਹੀਦਾ ਹੈ ਮੈਨੂੰ, ਇਹ ਦਾਨ ਮਾਨ ਇਹੀ ਮੇਰੀ ਇੱਜ਼ਤ ਹੈਗੀ ਮਾਲਕਾ। ਨਾਨਕ ਪਾਏ ਪੰਜਵੀਂ ਪਾਤਸ਼ਾਹੀ ਕੱਕੇ ਨੂੰ ਔਂਕੜ ਲਗਾ ਕੇ ਆਪਣੇ ਵਾਸਤੇ ਕਹਿ ਰਹੀ, ਇਹ ਦਾਨ ਮਾਨ ਨਾਨਕ ਪਾਏ, ਮਿਲ ਜਾਏ ਕਿਤੇ ਮਾਲਕਾ, ਤੇਰੀ ਮਿਹਰ ਹੋ ਜਾਏ। ਬੇਨਤੀ ਹੈਗੀ ਆ ਕਿ ਸੀਸ ਸਾਧੈ ਧਰ ਚਰਣੀ, ਮੇਰਾ ਸੀਸ ਜਿਹੜਾ ਹੈਗਾ, ਮੇਰੀ ਮੱਤ ਜਿਹੜੀ ਹੈਗੀ ਉਹ ਸਾਧੂਆਂ ਦੇ ਚਰਨਾਂ ਦੇ ਉੱਤੇ ਹੋ ਜਾਏ, ਮੈਨੂੰ ਕਿਤੇ ਸਾਧੂਆਂ ਦੀ ਸੰਗਤ ਮਿਲਦੀ ਰਹੇ। ਆਹ ਦਾਨ ਚਾਹੀਦਾ ਹੈ, ਇਹੀ ਮੇਰਾ ਮਾਨ ਹੈਗਾ। ਇਹ ਦਾਨ ਮਾਨ ਨਾਨਕ ਪਾਏ, ਸੀਸ ਸਾਧੈ ਧਰ ਚਰਣੀ, ਮੇਰਾ ਸੀਸ ਸਾਧੂਆਂ ਦੇ ਚਰਨਾਂ ਦੇ ਉੱਤੇ ਰਹੇ। ਆਸਾ ਮਹੱਲਾ ਪੰਜਵਾਂ ਸ਼ਲੋਕ। ਉਦਮ ਕਰੋ ਵਡ ਭਾਗੀ ਹੋ, ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ। ਇਸ ਕਰਕੇ ਭਾਈ ਵੱਡੇ ਭਾਗਾਂ ਵਾਲਿਓ, ਇਸ ਗਿਆਨ ਨੂੰ ਲੈਣ ਵਾਲਿਓ, ਉਸ ਮਾਲਕ ਪਰਮਾਤਮਾ ਦਾ ਸਿਮਰਨ ਕਰੋ, ਸਮਰਨ ਕਰੋ, ਉਸ ਮਾਲਕ ਨੂੰ, ਹਰ ਹਰ ਰਾਏ ਨੂੰ ਸਮਰਨ ਕਰੋ, ਉਸ ਮਾਲਕ ਨੂੰ, ਉਹ ਅੰਗ ਸੰਗ ਹੈ। ਉਦਮ ਕਰੋ, ਇਹ ਉਦਮ ਕਰਨਾ ਪਊਗਾ ਭਾਈ, ਉਦਮ ਕਰੋ, ਕਰਨਾ ਪਊਗਾ। ਉਦਮ ਕਰੋ ਵਡ ਭਾਗੀ ਹੋ, ਵੱਡੇ ਭਾਗਾਂ ਵਾਲੇ ਹੋ ਜਾਓਗੇ। ਸਿਮਰੋ ਹਰ ਹਰ ਰਾਏ, ਉਸ ਮਾਲਕ ਪਰਮਾਤਮਾ ਦਾ ਸਿਮਰਨ ਕਰੋ। ਕਿਸ ਦਾ? ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ। ਕਹਿੰਦੇ ਜਿਹਦੇ ਸਿਮਰਨ ਦੇ ਨਾਲ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਦੁੱਖ ਤੇ ਦਰਦ ਤੇ ਭਰਮ ਭਟਕਣਾ ਜੋ ਮਾਲਕ ਨੇ ਖੇਡ ਪਾਈ ਹੈ, ਜਾਲ ਜੋ ਚੋਗਾ, ਕਹਿੰਦੇ ਸਾਰਾ ਦਾ ਸਾਰਾ ਜਿਹੜਾ ਹੈਗਾ ਚਲੇ ਜਾਏਗਾ। ਇਹ ਭਟਕਣਾ ਦੂਰ ਹੋ ਜਾਏਗੀ, ਭਰਮ ਦੂਰ ਹੋ ਜਾਏਗਾ। ਛੰਤ ਇਹਦੇ ਹੁਣ ਇਸੇ ਦਾ ਜਿਹੜਾ ਹੈਗਾ ਹੁਣ ਖੁਲਾਸਾ। ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ। ਕਹਿੰਦੇ ਇਸ ਜਗ੍ਹਾ ਤੇ ਆਲਸ ਨਾ ਕਰ ਮਿੱਤਰਾ, ਬਸ ਆ ਯਾਦ ਰੱਖ ਲੈ ਇੱਕ ਗੱਲ, ਵੀ ਧਿਆਨ ਸਿਮਰਨ ਕਰ ਰਿਹਾ ਨਾ ਤਾਂ ਉਹਦੇ ਤੇ ਆਲਸ ਨਾ ਕਰੀ। ਬਸ ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ, ਪੇਟਤ ਸਾਧੂ ਸੰਗ ਜੰਪੁਰ ਨਾ ਨਹਿ ਜਾਈਏ। ਗਰੰਟੀ ਦੇ ਰਿਹਾ ਸ਼ਬਦ, ਜਿਹੜਾ ਵੀ ਗੁਰੂ ਦੀ ਸੰਗਤ, ਗੁਰੂ ਦੀ ਸਾਧੂਆਂ ਦੀ ਸੰਗਤ, ਗੁਰੂ ਦੀ ਸੰਗਤ, ਬ੍ਰਹਮ ਗਿਆਨੀਆਂ ਦੀ ਸੰਗਤ, ਗੁਰੂ ਦੀ ਮੱਤ ਲੈਂਦਾ ਹੈ। ਸੰਗਤ ਕੀ ਹੈ? ਗੁਰੂ ਦੀ ਮੱਤ ਲੈਣੀ। ਜਿਹੜਾ ਵੀ ਗੁਰੂ ਦੀ ਮੱਤ ਲੈ ਲੈਂਦਾ ਹੈ, ਆਪਣੀ ਮੱਤ ਛੱਡ ਦਿੰਦਾ ਹੈ, ਕਹਿੰਦੇ ਸ਼ਬਦ ਗਰੰਟੀ ਲੈ ਰਿਹਾ ਪਾਏ, ਉਹ ਜਮ ਦੀ ਪੂਰੀ 'ਚ ਨਹੀਂ ਜਾਏਗਾ, ਜੂਨਾਂ ਦੇ ਵਿੱਚ ਨਹੀਂ ਜਾਏਗਾ। ਨਾਮ ਜਪਤ ਗੋਬਿੰਦ ਨਹਿ ਅਲਸਾਈਐ, ਪੇਟਤ ਸਾਧੂ ਸੰਗ ਜਮਪੁਰੇ ਨਹਿ ਜਾਈਏ। ਦੁੱਖ ਦਰਦ ਨਾ ਭਾਉ ਵਿਆਪੈ, ਨਾਮ ਸਿਮਰਤ ਸਦ ਸੁਖੀ। ਕਹਿੰਦੇ ਕੋਈ ਦੁੱਖ, ਕੋਈ ਦਰਦ, ਕੋਈ ਡਰ ਜਿਹੜਾ ਹੈਗਾ ਮਾਇਆ ਦਾ ਕਿਸੇ ਕਿਸਮ ਦਾ ਨਹੀਂ ਵਿਆਪੇਗਾ। ਨਾਮ ਸਿਮਰਨ ਦੇ ਨਾਲ ਹਮੇਸ਼ਾ ਸੁਖੀ ਹੋ ਜਾਵੇਗਾ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ ਜਿਹੜਾ ਵੀ ਇਹ ਨਾਮ ਨੂੰ ਸਿਮਰੇਗਾ। ਸਾਸ ਸਾਸ ਆਰਾਧ ਹਰ ਹਰ, ਧਿਆਏ ਸੋ ਪ੍ਰਭ ਮਨ ਮੁਖੀ। ਕਹਿੰਦੇ ਉਸ ਮਾਲਕ ਨੂੰ ਹਰੇਕ ਸਾਹ ਦੇ ਨਾਲ ਆਰਾਧਨਾ ਕਰ, ਉਸ ਮਾਲਕ ਪਰਮਾਤਮਾ ਦੀ, ਸਾਹ ਬਿਰਥਾ ਨਾ ਜਾਏ। ਸਿਮਰਨ ਕਰ ਉਹਦਾ, ਧਿਆਨ ਦੇ ਵਿੱਚ ਜਾ। ਫਿਰ ਸਾਸ ਸਾਸ ਧਿਆਏ ਹਰ ਹਰ, ਸਾਸ ਸਾਸ ਆਰਾਧ ਹਰ ਹਰ, ਧਿਆਏ ਸੋ ਪ੍ਰਭ ਮਨ ਮੁਖੀ। ਦੇਖ ਮਨ ਦੇ ਦੁਆਰਾ, ਮੁਖ ਦੀ ਸਹਾਇਤਾ ਲੈ ਲਾ, ਮਨ ਦੇ ਦੁਆਰਾ ਉਹਦਾ ਧਿਆਨ ਕਰ, ਉਹਦਾ ਆਰਾਧਨਾ ਕਰ। ਕਿਰਪਾਲ ਦਿਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਏ। ਹੇ ਮੇਰੇ ਮਾਲਕਾ, ਤੂੰ ਕਿਰਪਾਲੂ ਹੈਗਾ, ਤੂੰ ਦਿਆਲੂ ਹੈਗਾ ਆ, ਤੂੰ ਰਸ ਦੇਣ ਵਾਲਾ, ਅੰਮ੍ਰਿਤ ਦੇਣ ਵਾਲਾ ਆ, ਤੂੰ ਗੁਣਾਂ ਦਾ ਖਜ਼ਾਨਾ ਹੈਗਾ ਆ। ਗੁਣ ਨਿਧ ਕਰ ਦਇਆ ਸੇਵਾ ਲਾਈਏ, ਦਇਆ ਕਰ ਤੇ ਇਸ ਸੇਵਾ ਦੇ ਵਿੱਚ ਲਗਾ ਦੇ। ਕਰ ਦਇਆ ਸੇਵਾ ਲਾਈਏ। ਨਾਨਕ ਪਇ ਅੰਪੈ ਚਰਨ ਜੰਪੈ,
ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਇੱਥੇ ਕੱਕੇ ਨੂੰ ਔਂਕੜ ਲਗਾ ਕੇ ਮਹਾਰਾਜ ਕਹਿੰਦੇ ਆ ਭਾਈ ਨਾਨਕ ਪਇਮ ਪੈ, ਬੇਨਤੀ ਕਰਦਾ ਹੈ, ਮੈਂ ਨਾਨਕ ਪੰਜਵੀਂ ਪਾਤਸ਼ਾਹੀ ਬੇਨਤੀ ਕਰ ਰਿਹਾ, ਚਰਨ ਜੰਪੈ, ਤੇਰੇ ਚਰਨ ਜਪਦੇ ਰਵਾਂ ਮੈਂ। ਨਾਮ ਜਪਤ ਗੋਬਿੰਦ ਨਹਿ ਅਲਸਾਈਐ। ਉਹ ਮਾਲਕ ਪਰਮਾਤਮਾ ਦਾ ਨਾਮ ਜਪਦੇ ਹੋਏ ਆਲਸ ਨਾ ਕਰੋ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਪਾਵਨ ਪਤਿਤ ਪੁਨੀਤ ਕਹਿੰਦੇ ਪਤਿਤ ਕਿੰਨਾ ਮਰਜੀ ਪਤਿਤ ਹੋਏ, ਕਿੰਨਾ ਮਰਜੀ ਪਾਪੀ ਹੋਏ, ਕਹਿੰਦੇ ਉਹਨੂੰ ਪਾਵਨ ਕਰ ਦੇਗਾ, ਪੁਨੀਤ ਕਰ ਦੇਗਾ ਇਹ ਪਰਮੇਸ਼ਰ ਦਾ ਨਾਮ, ਉਸ ਨਿਰੰਜਨ ਦਾ ਨਾਮ। ਨਾਮ ਦਾ ਨਾਮ ਹੀ ਨਿਰੰਜਨ ਹੈਗਾ ਭਾਈ, ਮਾਲਕ ਦਾ ਨਾਮ ਵੀ ਨਿਰੰਜਨ ਹੈਗਾ। ਪਰਮ ਅੰਧੇਰ ਵਿਨਾਸ਼ ਗਿਆਨ ਗੁਰ ਅੰਜਨਾ। ਇਹ ਗੁਰੂ ਦਾ ਗਿਆਨ ਦਾ ਸੁਰਮਾ ਜਿਹੜਾ ਲਗਾ ਲਏਗਾ, ਕਹਿੰਦੇ ਉਹਦਾ ਪਰਮ, ਉਹਦਾ ਹਨੇਰਾ ਵਿਨਸ ਜਾਏਗਾ। ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ। ਜਿਹਨੇ ਗੁਰੂ ਦੇ ਗਿਆਨ ਦਾ ਸੁਰਮਾ ਲਗਾ ਲਿਆ, ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਿਰੰਜਨ, ਉਹ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ ਪੂਰੀ ਤਰ੍ਹਾਂ ਰਵਿਆ ਹੋਇਆ ਹੈ, ਉਸ ਨੂੰ ਰਵਿਆ ਹੋਇਆ ਦਿਸੇਗਾ ਭਾਈ। ਇੱਕ ਨਿਮਖ ਜਾ ਕੇ ਹਿਰਦੇ ਵਸਿਆ ਮਿਠੇ ਤਿਸੇ ਵਿਸੂਰਿਆ। ਇੱਕ ਨਿਮਖ ਵਾਸਤੇ ਦੇਖੋ ਕਿੰਨਾ ਕੁ ਹੁੰਦਾ ਹੈ ਨਿਮਖ। ਇੱਕ ਨਿਮਖ ਅੱਖ ਦਾ ਭੋਰਾ, ਇਹ ਕਹਿੰਦੇ ਇੱਕ ਨਿਮਖ ਵਾਸਤੇ ਵੀ ਜੇ ਹਿਰਦੇ 'ਚ ਵਸ ਜਾਏ ਉਹ ਮਾਲਕ ਪਰਮਾਤਮਾ, ਤੇ ਉਹਦੀ ਤਕਲੀਫ ਵਿਸੂਰੇ ਜਿਹੜੇ ਹੈਗੇ, ਦੁੱਖ ਜਿਹੜੇ ਹੈਗੇ ਦੂਰ ਹੋ ਜਾਂਦੇ। ਇੱਕ ਨਿਮਖ ਜਾ ਕੇ ਹਿਰਦੇ ਵਸਿਆ ਮਿਠੇ ਤਿਸੇ ਵਿਸੂਰਿਆ। ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਭਾਉ ਪੰਜਨਾ। ਉਹ ਮਾਲਕ ਪਰਮਾਤਮਾ ਅਗਾਧ ਹੈਗਾ ਭਾਈ, ਉਹ ਅਗਾਧ ਬੋਧ ਸਮਰੱਥ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰੇ ਗਿਆਨ ਦਾ ਦਾਤਾ ਹੈਗਾ। ਅਗਾਧ ਬੋਧ ਸਮਰੱਥ ਹੈਗਾ, ਹਰ ਚੀਜ਼ ਦੇ ਸਮਰੱਥ ਹੈਗਾ ਮਾਲਕ ਪਰਮਾਤਮਾ। ਉਹ ਮਾਲਕ ਹੈਗਾ ਔਰ ਸਾਰਿਆਂ ਦਾ ਦੁੱਖ ਦੂਰ ਕਰਨ ਵਾਲਾ ਹੈਗਾ। ਸਰਬ ਕਾ ਭਾਉ ਪੰਜਨਾ ਨਾਨਕ ਪਇਮ ਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਛੰਤ ਦੀ ਚਾਲ ਹੈਗੀ, ਆਖਰੀ ਦੇ ਵਿੱਚ ਵਾਪਸ ਪਹਿਲੀ ਲਾਈਨ ਆ ਜਾਂਦੀ ਹੈ। ਮਹਾਰਾਜ ਬੇਨਤੀ ਕਰਦੇ ਆ ਕਿ ਉਹ ਜਿਹੜਾ ਪਤਿਤ ਨੂੰ ਪੁਨੀਤ ਕਰਨ ਵਾਲਾ, ਪਵਿੱਤਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈਗਾ, ਪਰਮੇਸ਼ਰ ਦੇ ਚਰਨ ਹੈਗੇ। ਨਾਨਕ ਪਇਮ ਪੈ ਚਰਨ ਜੰਪੈ, ਵੀ ਮੈਂ ਮਾਲਕ ਪਰਮਾਤਮਾ ਦੇ ਪਵਿੱਤਰ ਕਰਨ ਵਾਲੇ ਚਰਨ ਜਪਾਂ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਉਸ ਮਾਲਕ ਦਾ ਨਿਰੰਜਨ ਦਾ ਨਾਮ ਪਤਿਤ ਨੂੰ ਪੁਨੀਤ ਕਰਨ ਵਾਲਾ ਹੈ, ਪਾਵਨ ਕਰਨ ਵਾਲਾ ਹੈ। ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ। ਓਟ ਗਹੀ ਕਹਿੰਦੇ ਉਸ ਮਾਲਕ ਪਰਮਾਤਮਾ ਦੀ, ਸਾਰਿਆਂ ਨੂੰ ਪਾਲਣ ਵਾਲੇ ਦਿਆਲੂ ਦੀ, ਕਿਰਪਾ ਦੇ ਖਜ਼ਾਨੇ ਦੀ ਓਟ ਲਈ। ਓਟ ਗਹੀ ਗੋਪਾਲ ਦਿਆਲ। ਉਹਦੀ ਓਟ ਕੀ ਹੈ? ਮਾਲਕ ਪਰਮਾਤਮਾ ਦਾ ਦਿਸਦਾ ਨਹੀਂ, ਉਹਦੀ ਓਟ ਕੀ ਆ? ਉਹਦੀ ਓਟ ਹੈਗੀ ਆ ਭਾਈ ਉਹਦੇ ਚਰਨ। ਚਰਨ ਕੀ ਹੈਗੇ? ਧਿਆਨ ਸਿਮਰਨ। ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਮੋਹਿ ਆਸਰ ਤੋ ਚਰਨ ਤੁਮਾਰੀ ਸਰਣ ਨਿਧ ਸਿੱਧੇ। ਹੇ ਮੇਰੇ ਮਾਲਕਾ, ਮੈਨੂੰ ਤਾਂ ਆਸਰਾ ਹੈਗਾ ਤੇਰੇ ਚਰਨਾਂ ਦਾ, ਤੇਰੀ ਸ਼ਰਨ ਦੇ ਵਿੱਚ ਹੀ ਸਾਰੀ ਸਿੱਧੀ ਹੈਗੀ ਆ। ਮੋਹੇ ਆਸਰ, ਮੈਨੂੰ ਆਸਰਾ ਹੈ, ਤੋ ਚਰਨ ਤੇਰੇ ਚਰਨਾਂ ਦਾ, ਤੁਮਾਰੀ ਸ਼ਰਨ ਸਿੱਧੇ। ਤੇਰੀ ਸ਼ਰਨ ਦੇ ਵਿੱਚ ਹੀ ਸਾਰੀ ਸਿੱਧੀ ਆ। ਔਰ ਉਹਦੀ ਸ਼ਰਨ ਦੇ ਵਿੱਚ ਜਾਣਾ ਜਿਹੜਾ ਹੈਗਾ, ਗੁਰ ਗੁਰ ਕਰਤ ਸ਼ਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈ ਆ। ਹਰ ਚਰਨ ਕਾਰਨ, ਹਰ ਚਰਨ ਕਾਰਨ ਕਰਨ, ਹਰ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਣ ਹਰ ਹਰੇ। ਪਰਮੇਸ਼ਰ ਦੇ ਚਰਨ, ਉਹ ਮਾਲਕ ਪਰਮਾਤਮਾ ਦੇ ਜੋ ਕਰਨ ਵਾਲਾ ਵੀ ਅਤੇ ਕਰਾਉਣ ਵਾਲਾ ਵੀ ਹੈ ਮਾਲਕ ਹੈਗਾ। ਪਤਿਤ ਜਿਹੜੇ ਹੈਗੇ ਆ ਉਹਨਾਂ ਦੇ ਉਧਰਣ ਜਿਹੜੇ ਹੈਗੇ ਇਹੀ ਚਰਨ ਹੈਗੇ। ਇਹ ਧਿਆਨ ਸਿਮਰਨ ਹੀ ਪਤਿਤ ਨੂੰ ਉਧਾਰ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈਗਾ ਸੰਸਾਰ ਸਮੁੰਦਰ ਤੋਂ ਨਿਕਲਣ ਦਾ। ਸਾਗਰ ਸੰਸਾਰ ਭਾਉ ਉਤਾਰ ਨਾਮ ਸਿਮਰਤ ਬਹੁ ਤਰੇ। ਕਹਿੰਦੇ ਭਾਈ
ਸੰਸਾਰ ਸਮੁੰਦਰ ਤੋਂ, ਇਸ ਭਵਜਲ ਤੋਂ ਉਤਾਰ ਮਤਲਬ ਜਿਹੜਾ ਹੈਗਾ ਪਾਰ ਹੋਣ ਦੇ ਵਾਸਤੇ ਸਾਗਰ ਸੰਸਾਰ, ਇਹ ਵਿਚਾਰਾਂ ਦਾ ਸਾਗਰ ਹੈਗਾ, ਇਹ ਸਵਾਦਾਂ ਦਾ, ਰਸਾਂ ਕਸਾਂ ਦਾ ਸਾਗਰ ਸੰਸਾਰ ਪਾਓ ਤਾਰ, ਨਾਮ ਸਿਮਰਤ ਬਹੁਤ ਤਰੇ। ਕਹਿੰਦੇ ਨਾਮ ਹੀ ਹੈ ਪਰਮੇਸ਼ਰ ਦਾ ਪਾਏ, ਇਹਨੂੰ ਸਿਮਰ ਕੇ ਬਥੇਰੇ ਤਰ ਚੁੱਕੇ। ਆਦਿ ਅੰਤ ਬੇਅੰਤ ਖੋਜੈ, ਸੁਣੀ ਉਦਰਨ ਸੰਤ ਸੰਗ ਵਿਧੇ। ਕਹਿੰਦੇ ਆਦਿ ਤੋਂ ਅੰਤ ਤੱਕ ਕਹਿੰਦੇ ਆ ਸ੍ਰਿਸ਼ਟੀ ਦੇ ਬੇਅੰਤ ਜਿਹੜੇ ਹੈਗੇ ਖੋਜ ਰਹੇ ਆ। ਔਰ ਵਿਧੀ ਕੀ ਹੈਗੀ ਉਦਰਨ ਦੀ? ਕਹਿੰਦੇ ਸੰਤ ਸੰਗਤ, ਸਾਧ ਸੰਗਤ, ਗੁਰੂ ਦੀ ਸੰਗਤ ਦੇ ਵਿੱਚ ਭਾਏ ਵਿਧੀ ਮਿਲ ਜਾਂਦੀ ਹੈ। ਸੰਤ ਸੰਗ ਵਿਧੇ, ਸੁਣੀ ਉਦਰਨ ਸੰਤ ਸੰਗ ਵਿਧੇ। ਆਪਾਂ ਨੇ ਸਾਧ ਸੰਗਤ ਕਰਨੀ ਹੈ ਤੇ ਕਾਹਦੇ ਵਾਸਤੇ ਕਰਨੀ ਹੈ? ਵਿਧੀ ਚਾਹੀਦੀ ਹੈ ਭਾਈ, ਉਦਰਨ ਦੀ, ਸੰਸਾਰ ਸਮੁੰਦਰ ਤੋਂ ਨਿਕਲਣ ਦੀ। ਨਾਨਕ ਭਇੰਪੈ ਚਰਨ ਜੰਪੈ, ਓਟ ਗਈ ਗੋਪਾਲ ਦਿਆਲ ਕਿਰਪਾ ਨਿਧੇ। ਆਹ ਵਿਧੀ ਹੈਗੀ ਭਾਈ। ਪੰਜਵੀਂ ਪਾਤਸ਼ਾਹੀ ਕਰ ਰਹੀ ਹੈ, ਕਹਿੰਦੇ ਨਾਨਕ ਭਇੰਪੈ, ਬੇਨਤੀ ਕਰਦੇ ਆ, ਚਰਨ ਜੰਪੈ, ਕਹਿੰਦੇ ਮੈਂ ਤਾਂ ਉਹ ਮਾਲਕ ਦੇ ਚਰਨ ਜਪਦਾ ਹਾਂ। ਓਟ ਗਈ, ਉਸ ਦੀ ਓਟ ਲੈ ਲਈ, ਜਿਹੜਾ ਕਿ ਗੋਪਾਲ ਹੈਗਾ, ਦਿਆਲੂ ਹੈਗਾ, ਕਿਰਪਾ ਦਾ ਖਜ਼ਾਨਾ ਹੈਗਾ। ਇਹ ਵਿਧੀ ਕਿੱਥੋਂ ਆ ਗਈ? ਹੁਣ ਅੱਗੇ ਚੌਥਾ ਜਿਹੜਾ ਛੰਤ ਆ ਗਿਆ, ਭਗਤ ਵਛਲ ਹਰ ਬਿਰਦ ਆਪ ਬਣਾਇਆ। ਕਹਿੰਦੇ ਇਹ ਮਾਲਕ ਪਰਮਾਤਮਾ ਨੇ ਵਿਧੀ ਬਣਾਈ ਹੈ ਭਾਈ, ਇਹ ਉਹਦਾ ਬਿਰਦ ਹੈਗਾ। ਬਿਰਦ ਮਤਲਬ ਉਹਦਾ ਜਿਹੜਾ ਹੈਗਾ ਕਾਨੂੰਨ, ਉਹਦਾ ਨੇਚਰ। ਭਗਤ ਵਛਲ, ਭਗਤੀ ਤੋਂ ਖੁਸ਼ ਹੋਣ ਵਾਲਾ। ਹੁਣ ਇੱਥੇ ਭਗਤੀ ਲਿਖਿਆ ਆ, ਇੱਥੇ ਭਗਤ ਜਿਹੜਾ ਹੈਗਾ ਜਿਹੜੇ ਭਗਤੀ ਕਰਨ ਵਾਲੇ ਨਹੀਂ। ਭਗਤ ਵਛਲ ਹਰ ਬਿਰਦ, ਇਹ ਭਗਤੀ ਤੋਂ ਖੁਸ਼ ਹੋਣ ਵਾਲਾ ਉਹ ਮਾਲਕ ਪਰਮਾਤਮਾ, ਉਹਦਾ ਸੁਭਾਅ ਆਪ ਬਣਾਇਆ, ਆਪ ਮਾਲਕ ਨੇ ਜਿਹੜਾ ਡਿਜ਼ਾਈਨ ਕੀਤਾ ਹੈ ਭਾਈ। ਇਸ ਸੰਸਾਰ ਸਮੁੰਦਰ ਤੋਂ ਨਿਕਲਣ ਦਾ ਇੱਕੋ ਹੀ ਆਹੀ ਰਸਤਾ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹੀ ਪ੍ਰੋਬੇਬਿਲਿਟੀ ਹੈਗੀ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਮਾਲਕ ਨੂੰ ਪ੍ਰਗਟ ਕਰਨ ਦੀ। ਪ੍ਰਗਟ ਹੋ ਜਾਂਦਾ ਹੈ ਮਾਲਕ ਪਰਮਾਤਮਾ ਆਪਣੀ ਮਰਜ਼ੀ ਦਾ, ਆਹੀ ਪ੍ਰੋਬੇਬਿਲਿਟੀ ਹੈਗੀ ਆ। ਔਰ ਪ੍ਰਗਟ ਹੋਣਾ ਉਹਨੇ ਆਪਣੀ ਮਰਜ਼ੀ ਤੇ। ਭਗਤ ਵਛਲ ਹਰ ਬਿਰਦ ਆਪ ਬਣਾਇਆ, ਜੈ ਜੈ ਸੰਤ ਅਰਾਧੇ ਤੈਂ ਤੈਂ ਪ੍ਰਗਟਾਇਆ। ਲਓ ਦੇਖ ਲਓ ਭਾਈ, ਕਹਿੰਦੇ ਜਿੱਥੇ ਜਿੱਥੇ ਵੀ ਸੰਤ ਜਿਹੜੇ ਹੈਗੇ ਸਾਧਨਾ ਕਰਦੇ ਆ, ਸਾਧੂ ਅਰਾਧਦੇ ਆ, ਸਿਮਰਦੇ ਆ, ਕਹਿੰਦੇ ਉੱਥੇ ਉੱਥੇ ਮਾਲਕ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ ਹੈ। ਆਹ ਉਹਦਾ ਸੁਭਾਅ ਹੈਗਾ, ਆਹ ਉਹਦਾ ਰੂਲ ਹੈਗਾ, ਉਹਦਾ ਕਾਨੂੰਨ ਹੈਗਾ। ਭਗਤ ਵਛਲ ਹਰ ਬਿਰਦ ਆਪ ਬਣਾਇਆ, ਜੈ ਜੈ ਸੰਤ ਅਰਾਧੇ ਤੈਂ ਤੈਂ ਪ੍ਰਗਟਾਇਆ। ਪ੍ਰਭ ਆਪ ਲੀਏ ਸਮਾਏ, ਸਹਿਜ ਸੁਭਾਏ, ਭਗਤ ਕਾਰਜ ਸਾਰਿਆ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਭਗਤੀ ਕਰਦਾ, ਕਹਿੰਦੇ ਉਹਦਾ ਤਾਂ ਕਾਰਜ ਉਹਨੇ ਸਵਾਰਨਾ ਹੀ ਹੈਗਾ, ਉਹਨੇ ਆਪਣੇ ਵਿੱਚ ਸਮਾਉਣਾ ਹੈ। ਪਰਮਾਤਮਾ ਨੇ ਉਸ ਨੂੰ ਪ੍ਰਭ ਆਪ ਲੀਏ ਸਮਾਏ, ਸਹਿਜ ਸੁਭਾਏ, ਸਹਿਜ ਅਵਸਥਾ ਦੇ ਵਿੱਚ ਪ੍ਰੇਮ ਦੇ ਨਾਲ ਭਗਤ ਕਾਰਜ ਸਾਰਿਆ, ਭਗਤਾਂ ਦੇ ਕਾਰਜ ਸਾਰ ਦਿੰਦਾ ਹੈ। ਆਨੰਦ ਹਰ ਜਸ ਮਹਾਮੰਗਲ, ਸਰਬ ਦੁੱਖ ਵਿਸਾਰਿਆ। ਆਹੀ ਭਾਈ ਪਰਮਾਤਮਾ ਦਾ ਜਸ ਹੈਗਾ, ਉਹਦੀ ਭਗਤੀ ਹੈਗੀ ਆ। ਇਹੀ ਮਹਾਮੰਗਲ ਆ, ਸਭ ਤੋਂ ਖੁਸ਼ੀ ਖੇੜੇ ਤੇ ਆਨੰਦ ਦੇਣ ਵਾਲਾ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ। ਚਮਤਕਾਰ ਪ੍ਰਗਾਸ ਦਹਿ ਦਿਸ, ਏਕ ਤਹਿ ਦ੍ਰਿਸ਼ਟਾਇਆ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਪ੍ਰਕਾਸ਼ ਹਰ ਚਾਰੋਂ ਪਾਸੇ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਜੜ ਦੇ ਵਿੱਚ ਚੇਤਨ ਹੈਗਾ ਭਾਈ। ਉਹਦਾ ਪ੍ਰਕਾਸ਼ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਜਿਹੜਾ ਹੈਗਾ ਪ੍ਰਗਟ ਹੋ ਜਾਂਦਾ ਹੈ। ਅਨੇਕਾਂ ਦੇ ਵਿੱਚ, ਅਨੇਕਤਾ ਦੇ ਵਿੱਚ, ਉਹ ਏਕ ਦੇ ਵਿੱਚ ਇੱਕ ਮਾਲਕ ਪਰਮਾਤਮਾ ਜਿਹੜਾ ਹੈਗਾ। ਚਮਤਕਾਰ ਪ੍ਰਗਾਸ ਦਹਿ ਦਿਸ, ਏਕ ਤਹਿ ਦ੍ਰਿਸ਼ਟਾਇਆ। ਉੱਥੇ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਆ ਜਾਂਦਾ, ਉਹ ਦਸਾਂ ਦਿਸ਼ਾਵਾਂ ਦੇ ਵਿੱਚ ਜਿਹਦਾ ਪ੍ਰਕਾਸ਼ ਆ, ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈਗਾ, ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਆ ਜਾਂਦਾ ਹੈ ਭਾਈ। ਚਮਤਕਾਰ ਪ੍ਰਗਾਸ ਦਹਿ ਦਿਸ, ਏਕ ਤਹਿ ਦ੍ਰਿਸ਼ਟਾਇਆ। ਨਾਨਕ ਭਇੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਦ ਆਪ ਬਣਾਇਆ।
ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਬੇਨਤੀ ਕਰ ਰਹੀ ਹੈ ਉਸ ਮਾਲਕ ਦੇ ਚਰਨ ਜਪ ਕੇ ਬੇਨਤੀ ਕਿ ਭਗਤ ਵਛਲ, ਭਗਤੀ ਦੇ ਨਾਲ, ਭਗਤੀ ਤੇ ਵਸ ਹੋਣ ਵਾਲਾ, ਖੁਸ਼ ਹੋਣ ਵਾਲਾ ਬਿਰਧ ਇਹ ਮਾਲਕ ਨੇ ਆਪ ਜਿਹੜਾ ਹੈਗਾ ਇਹ ਰਸਤਾ ਮਾਲਕ ਨੇ ਆਪ ਜਿਹੜਾ ਹੈਗਾ ਇਹ ਰਸਤਾ ਰੱਖਿਆ ਹੈ ਭਾਈ। ਆਹੀ ਇੱਕ ਰਸਤਾ ਰੱਖਿਆ ਹੋਇਆ ਮਾਲਕ ਨੇ, ਇਹ ਸੰਸਾਰ ਸਮੁੰਦਰ ਤੋਂ ਮਨ ਨੂੰ ਜਿੱਤਣ ਦਾ ਇੱਕੋ ਇੱਕ ਰਸਤਾ, ਇੱਕੋ ਇੱਕ ਵਿਧੀ। ਪ੍ਰੇਮਾ ਭਗਤੀ ਨਾਨਕ ਭਇਮ ਪੈ ਚਰਨ ਜੰਪੈ, ਭਗਤ ਵਛਲ ਹਰ ਬਿਰਧ ਆਪ ਬਣਾਇਆ। ਆਸਾ ਮਹੱਲਾ ਪੰਜਵਾਂ। ਥਿਰ ਸੰਤਨ ਸੁਹਾਗ ਮਰੇ ਨਾ ਜਾਵੇ। ਸੰਤ ਜਿਹੜੇ ਹੈਗੇ, ਸਾਧਨਾ ਕਰਨ ਵਾਲੇ ਜਿਹੜੇ ਹੈਗੇ, ਉਹ ਸਭ ਤੋਂ ਉੱਪਰ ਜਿਹੜੀ ਹੈਗੀ ਉਹਨਾਂ ਦਾ ਟਾਰਗੇਟ ਸਭ ਤੋਂ ਉੱਪਰ ਹੁੰਦਾ ਹੈ ਭਾਈ। ਜੇ ਆਪਾਂ ਕੋਈ ਹੋਰ ਜਿਹੜੇ ਹੈਗੇ ਬਾਹਰ ਦੁਨੀਆ ਦੇ ਅੰਦਰ, ਦੁਨੀਆ ਦੇ ਵਿੱਚ ਜਿਹੜਾ ਕਿਸੇ ਦੇ ਨਾਲ ਜਿਹੜਾ ਹੈਗਾ ਆਪਾਂ ਅਟੈਚਮੈਂਟ ਕਰਾਂਗੇ, ਕਿਸੇ ਨੂੰ ਸੁਹਾਗ ਬਣਾਵਾਂਗੇ, ਤੇ ਉਹ ਤਾਂ ਭਾਈ ਉਹ ਤਾਂ ਟਾਈਮ ਬੀਇੰਗ ਹੈਗਾ। ਇਸ ਕਰਕੇ ਸੰਤ ਜਿਹੜੇ ਆ ਮਾਲਕ ਪਰਮਾਤਮਾ ਨੂੰ ਸੁਹਾਗ ਬਣਾਉਂਦੇ ਆ, ਜਿਹੜਾ ਕਿ ਨਾ ਕਦੀ ਮਰਦਾ ਹੈ ਨਾ ਕਦੀ ਜਾਂਦਾ ਹੈ। ਥਿਰ ਸੰਤਨ ਸੁਹਾਗ ਮਰੇ ਨਾ ਜਾਵੇ, ਜਾਂ ਕੇ ਗ੍ਰਹਿ ਹਰ ਨਾਹ ਸੋ ਸਦ ਹੀ ਰਾਵੇ। ਕਹਿੰਦੇ ਜਿਹਦੇ ਅੰਦਰ ਪ੍ਰਗਟ ਹੋ ਗਿਆ ਭਾਈ ਉਹ ਮਾਲਕ ਪਰਮਾਤਮਾ ਪਤੀ, ਉਹ ਜੀਵ ਇਸਤਰੀ ਹਮੇਸ਼ਾ ਹੀ ਉਸ ਦਾ ਸਾਥ ਮਾਣਦੀ ਹੈ। ਜਾਂ ਕੇ ਗ੍ਰਹਿ ਹਰ ਨਾਹ ਸੋ ਸਦ ਹੀ ਰਾਵੇ, ਜਿਸ ਦੇ ਘਰ ਦੇ ਵਿੱਚ ਉਹ ਪਰਮਾਤਮਾ ਪਤੀ ਹੈਗਾ, ਉਹ ਹਮੇਸ਼ਾ ਹੀ ਉਹਦਾ ਸਾਥ ਮਾਣਦੀ ਹੈ। ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ। ਉਹ ਮਾਲਕ ਪਰਮਾਤਮਾ ਜਿਹਦਾ ਕਦੀ ਵਿਨਾਸ਼ ਨਹੀਂ ਹੁੰਦਾ, ਅਵਨਾਸੀ ਹੈਗਾ, ਅਵਗਤ ਹੈਗਾ, ਜਿਹੜਾ ਹੈਗਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਪਰੇ ਹੈਗਾ, ਅਪਹੁੰਚ ਹੈਗਾ। ਸੋ ਪ੍ਰਭ ਸਦਾ ਨਵਤਨ ਨਿਰਮਲਾ, ਔਰ ਉਹ ਮਾਲਕ ਪਰਮਾਤਮਾ ਹਮੇਸ਼ਾ ਹੀ ਨਵਤਨ ਹੈਗਾ ਔਰ ਨਿਰਮਲ ਹੈਗਾ। ਉਹਦੇ ਉੱਤੇ ਜਿਹੜਾ ਹੈਗਾ ਇਹ ਮਾਇਆ, ਇਹ ਸਮਾਂ, ਇਹ ਬੜੇਪਾ, ਇਹ ਜਿਹੜਾ ਹੈਗਾ ਜਰ ਨਹੀਂ ਪਾਈ ਕੰਮ ਕਰਦੀ। ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ, ਨਹਿ ਦੂਰ ਸਦਾ ਹਦੂਰ ਠਾਕੁਰ ਦਇ ਦਿਸ ਪੂਰਨ ਸਦ ਸਦਾ। ਉਹ ਮਾਲਕ ਪਰਮਾਤਮਾ ਦੂਰ ਨਹੀਂ ਹੈਗਾ ਭਾਈ, ਹਮੇਸ਼ਾ ਹਰੇਕ ਦੀ ਹਦੂਰੀ ਦੇ ਵਿੱਚ ਹੈਗੇ। ਆਪਾਂ ਉਹਦੀ ਹਦੂਰੀ ਦੇ ਵਿੱਚ, ਉਹਦੇ ਅੰਦਰ ਹੀ ਹੈ ਖੇਡ ਚੱਲ ਰਹੀ ਹੈ। ਦਸਾਂ ਦਿਸ਼ਾਵਾਂ ਦੇ ਵਿੱਚ ਪੂਰਨ, ਹਮੇਸ਼ਾ ਵਾਸਤੇ ਪੂਰਨ ਹੈਗਾ। ਪ੍ਰਾਣਪਤ ਗਤ ਮਤ ਜਾਤੇ, ਉਹ ਪ੍ਰਾਣਾ ਦਾ ਪਤੀ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਕੋਲੋਂ ਹੀ ਗਤ ਕਹਿੰਦੇ ਆ ਉੱਚੀ ਆਤਮਿਕ ਅਵਸਥਾ, ਮਤ ਉੱਚੀ ਆਤਮਿਕ ਅਵਸਥਾ ਪਾਉਣ ਵਾਸਤੇ ਜਿਹੜਾ ਹੈਗਾ ਵਿਵੇਕ ਬੁੱਧੀ ਜਾਤੇ ਜਾਣੀ ਜਾਂਦੀ ਆ। ਪ੍ਰਾਣਪਤ ਗਤ ਮਤ ਜਾਤੇ, ਪ੍ਰਿਯ ਪ੍ਰੀਤ ਪ੍ਰੀਤਮ ਭਾਵੈ। ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ ਦੇ ਨਾਲ ਪ੍ਰੀਤ ਹੋ ਜਾਂਦੀ ਹੈ, ਜਿਨ੍ਹਾਂ ਨੂੰ ਉਹ ਪ੍ਰੀਤਮ ਪਾਉਂਦਾ ਹੈ, ਉਹ ਜਾਣ ਲੈਂਦੇ ਆ ਉੱਚੀ ਆਤਮਿਕ ਅਵਸਥਾ ਕਿਸ ਤਰ੍ਹਾਂ ਮਿਲਣੀ ਆ, ਉਹ ਲੈ ਲੈਂਦੇ ਆ ਭਾਈ ਬ੍ਰਹਮਤ। ਨਾਨਕ ਵਖਾਣੈ ਗੁਰ ਬਚਨੇ ਜਾਣੈ। ਫਿਰ ਉਹ ਵਖਾਣਦੇ ਆ ਭਾਈ ਨਾਨਕ ਕਹਿੰਦੇ ਮੈਂ ਵੀ ਵਖਾਣ ਰਿਹਾ ਹਾਂ, ਗੁਰੂ ਦੇ ਬਚਨਾਂ ਦੇ ਨਾਲ ਜਾਣੀ ਹੈ। ਥਿਰ ਸੰਤਨ ਸੁਹਾਗ ਮਰੇ ਨਾ ਜਾਵੇ, ਸੰਤਨ ਦਾ ਸੁਹਾਗ ਜਿਹੜਾ ਹੈਗਾ ਥਿਰ ਹੈਗਾ, ਉਹ ਨਾ ਮਰਦਾ ਹੈ, ਜਨਮ ਮਰਨ ਦੇ ਗੇੜ 'ਚ ਨਹੀਂ, ਅਵਨਾਸੀ ਹੈਗਾ, ਨਾ ਕਿਤੇ ਜਾਂਦਾ ਹੈ ਭਾਈ। ਅਵਨਾਸੀ ਮਾਲਕ ਪਰਮਾਤਮਾ ਦਾ, ਉਹ ਵੀ ਅਵਨਾਸੀ ਹੋ ਜਾਂਦੇ। ਜਾ ਕੋ ਰਾਮ ਪਤਾਰ ਤਾਕੈ ਆਨੰਦ ਕਣਾ। ਜਿਹਨੇ ਕਹਿੰਦੇ ਆ ਮਾਲਕ ਪਰਮਾਤਮਾ ਨੂੰ ਪਤਾਰ ਬਣਾ ਲਿਆ, ਜਿਹਦਾ ਟਾਰਗੇਟ ਪਰਮਾਤਮਾ ਹੈਗਾ, ਜਿਹੜੇ ਉਹਦੀ ਸ਼ਰਨ ਦੇ ਵਿੱਚ ਚਲੇ ਗਏ, ਕਹਿੰਦੇ ਉਹਨਾਂ ਦੇ ਤੱਕ ਕਣਾ ਆਨੰਦ ਆ। ਜਾ ਕੋ ਰਾਮ ਪਤਾਰ ਕਹਿੰਦੇ ਪਤੀ, ਤਾਕੈ ਆਨੰਦ ਕਣਾ, ਸੁਖਵੰਤੀ ਸਾ ਨਾਰ ਸੋਭਾਪੂਰ ਬਣਾ। ਕਹਿੰਦੇ ਉਹ ਤਾਂ ਭਾਈ ਸੁਖਵੰਤੀ ਹੈਗੀ, ਹਮੇਸ਼ਾ ਹੀ ਸੁਖ ਮਾਣਦੀ ਆ ਉਹ ਨਾਰ, ਸੋਭਾ ਹੈ ਉਹਦੀ ਲੋਕ ਪਰਲੋਕ ਦੇ ਵਿੱਚ, ਪੂਰੀ ਸੋਭਾ ਬਣੀ ਹੋਈ ਹੈ ਉਹਦੀ ਸੋਭਾ। ਸੁਖਵੰਤੀ ਸਾ ਨਾਰ ਸੋਭਾਪੂਰ ਬਣਾ, ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ।
ਆਹੀ ਹੈਗਾ ਮਾਣ, ਇਹੀ ਹੈਗੀ ਮਹੱਤਤਾ। ਕਲਿਆਣ ਇਹੀ ਹੈ, ਕਲਿਆਣ ਕਰਨ ਵਾਲਾ ਪਾਏ ਕਿ ਹਰ ਜਸ ਪਰਮੇਸ਼ਰ ਦੀ ਭਗਤੀ, ਇਹਦੇ ਨਾਲ ਹੀ ਮਾਣ ਮਿਲਣਾ ਹੈ ਲੋਕ ਪਰਲੋਕ ਦੇ ਵਿੱਚ, ਵੈਲਿਊ ਹੋਣੀ ਆਪਣੀ। ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਜਿਹੜੇ ਸਾਧੂ ਹੁੰਦੇ ਆ, ਸੁਰਜਨ ਕਹਿੰਦੇ ਆ, ਦੇਵਤਿਆਂ ਵਾਲੇ ਗੁਣ ਜਿਨ੍ਹਾਂ ਦੇ ਅੰਦਰ ਹੁੰਦੇ ਆ, ਕਹਿੰਦੇ ਉਹਨਾਂ ਦੇ ਸੰਗ, ਉਹਨਾਂ ਦੇ ਸਾਥ ਮਾਲਕ ਪਰਮਾਤਮਾ ਪ੍ਰਗਟ ਹੁੰਦਾ ਹੈ ਉਹਨਾਂ ਦੇ। ਸੁਰਜਨ ਬ੍ਰਹਮ ਗਿਆਨੀ। ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਸਰਬ ਸਿੱਧ ਨਵਨਿਧ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ। ਉਸ ਘਰ ਦੇ ਵਿੱਚ ਪਾਏ ਸਾਰੀਆਂ ਸਿੱਧੀਆਂ ਹੈਗੀਆਂ, ਨੌ ਨਿਧੀਆਂ ਹੈਗੀਆਂ, ਜਿਹਦੇ ਅੰਦਰ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਨਹੀਂ ਊਨਾ ਸਭ ਕਛੂ, ਉਹਨਾਂ ਦੇ ਅੰਦਰ ਕੋਈ ਊਣਤਾ ਹੀ ਨਹੀਂ ਹੁੰਦੀ ਪਾਏ, ਹਰ ਸਭ ਕੁਛ ਉਹਨਾਂ ਦੇ ਅੰਦਰ ਹੈਗਾ। ਉਹ ਤਾਂ ਦਾਤੇ ਹੋ ਜਾਂਦੇ ਆ। ਸਰਬ ਸਿੱਧ ਨਵਨਿਧ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ। ਮਧੁਰ ਬਾਣੀ ਪਿਰਹਿ ਮਾਨੀ ਥਿਰ ਸੁਹਾਗ ਤਾਂ ਕਾ ਬਣਾ। ਉਹਨਾਂ ਦੀ ਬਾਣੀ ਜਿਹੜੀ ਹੈ ਮਧੁਰ ਹੋ ਜਾਂਦੀ ਹੈ ਭਾਈ, ਨਿਮਰਤਾ ਭਰੀ ਹੋ ਜਾਂਦੀ ਹੈ। ਪਿਰਹਿ ਮਾਨੀ ਕਿਹਨਾਂ ਦੀ? ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ ਮੰਨ ਲਿਆ, ਉਹਨਾਂ ਦਾ ਸੁਹਾਗ ਥਿਰ ਹੋ ਗਿਆ। ਮਧੁਰ ਬਾਣੀ ਪਿਰਹਿ ਮਾਨੀ, ਜਿਹੜੀ ਮੰਨ ਲਈ ਮਾਲਕ ਪਰਮਾਤਮਾ ਨੇ, ਪ੍ਰਗਟ ਹੋ ਗਿਆ ਜਿਹਦੇ ਅੰਦਰ। ਮਧੁਰ ਬਾਣੀ ਪਿਰਹਿ ਮਾਨੀ ਥਿਰ ਸੁਹਾਗ ਤਾਂ ਕਾ ਬਣਾ। ਉਹਦਾ ਸੁਹਾਗ ਹਮੇਸ਼ਾ ਵਾਸਤੇ ਥਿਰ ਹੋ ਗਿਆ। ਨਾਨਕ ਵਖਾਣੈ ਗੁਰਬਚਨੇ ਜਾਣੈ ਜਾਂ ਕੋ ਰਾਮ ਪਧਾਰ ਤਾਂ ਕੇ ਆਨੰਦ ਕਣਾ। ਮਹਾਰਾਜ ਕਹਿੰਦੇ ਆ ਭਾਈ, ਮੈਂ ਤਾਂ ਉਸੇ ਮਾਲਕ ਪਰਮਾਤਮਾ ਦੀ ਭਗਤੀ ਕਰਦਾ ਹਾਂ। ਗੁਰੂ ਦੇ ਬਚਨਾਂ ਦੇ ਦੁਆਰਾ, ਗੁਰੂ ਦੇ ਬਚਨਾਂ ਦੇ ਦੁਆਰਾ ਮੈਂ ਉਹ ਮਾਲਕ ਨੂੰ ਮਿਲਿਆ ਜਾ ਸਕਦਾ ਹੈ। ਔਰ ਜਿਸ ਨੇ ਵੀ ਉਸ ਰਾਮ ਨੂੰ ਪਤਾਰ ਬਣਾ ਲਿਆ, ਉਹਦੇ ਆਨੰਦ ਹੀ ਆਨੰਦ, ਘਣਾ ਆਨੰਦ ਹੈਗਾ। ਤੀਸਰਾ ਛੰਦ, ਆਓ ਸਖੀ ਸੰਤ ਪਾਸ ਸੇਵਾ ਲਾਗੀਏ। ਇਹ ਸਖੀ, ਆਪਾਂ ਵੀ ਸੰਤਾਂ ਨੂੰ ਮਿਲ ਕੇ, ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਕੇ ਇਸ ਸੇਵਾ, ਇਸ ਕਾਰਵਾਈ ਦੇ ਵਿੱਚ ਲੱਗ ਜਾਈਏ। ਪੀਸੋਂ ਚਰਨ ਪਖਾਰ ਆਪ ਤਿਆਗੀਏ। ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ, ਉਹ ਤਾਂ ਨਿਰੰਕਾਰ ਹੈਗਾ, ਆਕਾਰ ਹੀ ਨਹੀਂ ਹੈ ਉਹਦਾ ਮਾਲਕ ਪਰਮਾਤਮਾ ਦਾ। ਉਹਨੂੰ ਤਾਂ ਆਹ ਖਾਣਾ ਚੱਲਦਾ ਹੀ ਨਹੀਂ, ਆਟਾ ਚੱਲਦਾ ਹੀ ਨਹੀਂ ਹੈ, ਫਿਰ ਇਹਦੇ 'ਚ ਕੀ ਭੇਤ ਹੈਗਾ। ਪੀਸੋਂ ਚਰਨ ਪਖਾਰ, ਚਰਨ ਪਖਾਰ ਕੇ ਪੀਸਿਆ ਜਾਣਾ ਹੈ ਭਾਈ। ਸ਼ਬਦ ਰੂਪੀ ਚਰਨ ਹੈ ਮਾਲਕ ਪਰਮਾਤਮਾ ਦੇ, ਧਿਆਨ ਸਿਮਰਨ ਕਰਾਂਗੇ ਤੇ ਪੀਸਿਆ ਜਾਊਗਾ। ਕੀ ਪੀਸਿਆ ਜਾਣਾ ਹੈ? ਆਪਣੇ ਆਪ ਨੂੰ ਪੀਸਣਾ ਹੈ ਭਾਈ, ਆਪਣੀ ਹਉਮੈ ਨੂੰ ਦੂਰ ਕਰਨਾ ਹੈ। ਪੀਸੋਂ ਚਰਨ ਪਖਾਰ ਆਪ ਤਿਆਗੀਏ, ਇਸ ਤਰ੍ਹਾਂ ਆਪ ਤਿਆਗਿਆ ਜਾਣਾ ਹੈ। ਤਜ ਆਪ ਮਿਟੈ ਸੰਤਾਪ। ਜਦ ਆਪਣੇ ਆਪ, ਆਪਣੀ ਹਉਮੈ ਤਜੀ ਤੇ ਸੰਤਾਪ, ਸਾਰਾ ਦੁੱਖ ਜਿਹੜਾ ਹੈਗਾ ਮਿਟ ਗਿਆ। ਆਪ ਨਹਿ ਜਾਣਾਈਏ, ਜਦ ਆਪ ਰਿਹਾ ਹੀ ਨਹੀਂ ਤੇ ਫਿਰ ਜਣਾਵਾਂਗੇ ਕਿਵੇਂ। ਤਜ ਆਪ ਮਿਟੈ ਸੰਤਾਪ, ਕਹਿੰਦੇ ਭਾਈ ਦੇਖ, ਆਪਣੀ ਹਉਮੈ ਨਾ ਜਣਾ, ਇਸ ਨੂੰ ਮਿਟਾ। ਪੀਸ ਚਰਨ ਪਖਾਰ ਕੇ, ਪੀਸੋਂ ਚਰਨ ਪਖਾਰ ਆਪ ਤਿਆਗੀਏ। ਪਹਿਲਾਂ ਉੱਪਰ ਪੜੀ, ਆਓ ਸਖੀ ਸੰਤ ਪਾਸ ਸੇਵਾ ਲਾਗੀਏ। ਕਿਹੜੀ ਸੇਵਾ? ਪੀਸੋਂ ਚਰਨ ਪਖਾਰ ਆਪ ਤਿਆਗੀਏ। ਤਜ ਆਪ ਮਿਟੈ ਸੰਤਾਪ, ਆਪ ਨਹਿ ਜਾਣਾਈਏ। ਸ਼ਰਨ ਗਹੀ ਜੈ ਮਾਨ ਲੀਜੈ, ਕਰੇ ਸੋ ਸੁਖ ਪਾਈਏ। ਕਹਿੰਦੇ ਉਹਦੀ ਸ਼ਰਨ 'ਚ ਜਾਈਏ ਭਾਈ। ਕਿਵੇਂ ਜਾਣਾ ਹੈ? ਪਹਿਲਾਂ ਬ੍ਰਹਮ ਗਿਆਨੀਆਂ ਦੀ, ਗੁਰੂ ਦੀ ਮੱਤ ਲੈਣੀ ਹੈ। ਸ਼ਰਨ ਗਹੀ ਜੇ, ਗੁਰੂ ਦੀ ਮੱਤ ਲੈ ਲਈ ਬਈ ਮੈਂ ਮਾਲਕ ਪਰਮਾਤਮਾ ਦੀ ਭਗਤੀ ਕਰਨੀ, ਗੁਰੂ ਦੀ ਮੱਤ ਆ ਕਹਿ ਰਹੀ ਹੈ। ਮੰਨ ਲੀਜੈ, ਮੰਨ ਲਿਆ ਇਸ ਗੱਲ ਨੂੰ। ਨਹੀਂ ਮੰਨਦੇ ਅਗਲੇ ਤਾਂ ਆਰਗੂਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ ਭਾਈ। ਕਾਹਦੇ ਵਾਸਤੇ ਇਹ ਧਿਆਨ ਸਿਮਰਨ ਕਿਉਂ ਕਰਨਾ? ਐਵੇਂ ਕਿਉਂ ਜਿਹੜਾ ਹੈਗਾ ਇੱਕ ਬੈਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ, ਕਿ ਮਾਲਕ ਚਾਪਲੂਸ ਹੈਗਾ? ਕਿਉਂ ਆਪਣੀ ਉਸ ਸਥਿਤੀ ਚਾਹੁੰਦਾ ਹੈ? ਇਹ ਥੋੜੀ ਨਾ ਮੰਨਿਆ। ਸ਼ਰਨ ਗਹੀ ਜੈ ਮਾਨ ਲੀਜੈ, ਕਰੇ ਸੋ ਸੁਖ ਪਾਈਏ।
ਜੋ ਮਾਲਕ ਪਰਮਾਤਮਾ ਕਰ ਰਿਹਾ ਆ ਉਹੀ ਸੁੱਖ ਪਾਉਂਦਾ ਹੈ, ਉਹੀ ਸੁੱਖ ਪਾਇਆ ਜਾਂਦਾ ਹੈ। ਕਰੇ ਸੋ ਸੁਖ ਪਾਈਏ। ਜਿਹੜਾ ਵੀ ਪਹਿਲੀ ਗੱਲ, ਪਹਿਲਾਂ ਤਾਂ ਉਹਦੀ ਸ਼ਰਨ 'ਚ ਜਾਣਾ ਹੈ, ਫਿਰ ਉਹਨੂੰ ਮੰਨਣਾ ਆ, ਮੰਨ ਲੈਣਾ ਜੋ ਗੁਰੂ ਕਹਿ ਰਿਹਾ ਉਹ ਗੱਲ ਨੂੰ ਮੰਨ ਲੈਣਾ, ਗੁਰਮਤ ਨੂੰ ਮੰਨ ਲੈਣਾ ਹੈ। ਫਿਰ ਇਸ ਤੋਂ ਬਾਅਦ ਹਾਲੇ ਮੰਨ ਲਿਆ ਪਾਏ, ਕੋਈ ਆਰਗੂਮੈਂਟ ਨਹੀਂ ਹੈ, ਮੰਨ ਲਈ ਗੱਲ, ਪਰ ਕਰੇ ਸੋ ਸੁਖ ਪਾਈਏ। ਜਿਹੜਾ ਐਕਸ਼ਨ ਕਰੂਗਾ ਉਹ ਸੁਖ ਪਾ ਲੇਗਾ ਭਾਈ। शरण गही जय मान लीजिए करे सो सुख पाइए। कर दास दासी तज उदासी कर जोड़ दिन रैन जागिए। कर दास दासी, अपने आप ਨੂੰ ਦਾਸਾਂ ਦਾ ਵੀ ਦਾਸ ਬਣਾ ਲਾ, ਦਾਸਾਂ ਦੀ ਦਾਸੀ ਬਣਾ ਲਾ। ਇਹਦੇ ਨਾਲ ਉਦਾਸੀ ਖਤਮ ਹੋ ਜਾਏਗੀ। ਕਰ ਜੋੜ ਮਨ ਔਰ ਜਿਹੜਾ ਹੈਗਾ ਬੁੱਧੀ, ਦੋਨਾਂ ਨੂੰ ਇਕੱਠੇ ਕਰ ਲਾ। ਕਰ ਜੋੜ ਦਿਨ ਰਹਿਣ ਜਾਗੀਏ। ਰਾਤ ਦਿਨ ਜਿਹੜਾ ਮੈਕਸੀਮਮ ਜਿਹੜਾ ਹੈਗਾ ਆਹ ਕੰਮ ਦੇ ਵਿੱਚ ਜਿਹੜਾ ਹੈਗਾ ਸੁਆਸ ਲਗਾ। ਕਰ ਦਾਸ ਦਾਸੀ ਤਜ ਉਦਾਸੀ। ਦੇਖੋ 2 ਵਾਰੀ ਕਰ ਆਇਆ, ਉੱਪਰ ਕਰ ਰਾਰੇ ਦੀ ਸਿਆਰੀ ਦੇ ਨਾਲ ਆ, ਇਸ ਤੋਂ ਬਾਅਦ ਕਰ ਆਇਆ ਮੁਕਤ ਆਇਆ ਰਾਰਾ ਤੇ ਕੱਕਾ। ਉੱਪਰ ਕਰ ਦੇ ਮਤਲਬ ਆ ਆਪਣੇ ਆਪ ਨੂੰ ਕਰ ਲਾ, ਦਾਸਾਂ ਦੀ ਦਾਸੀ ਬਣਾ ਲਾ, ਤੇ ਇੱਥੇ ਕਰ ਦਾ ਮਤਲਬ ਹੱਥ ਹੈਗੇ। ਕਰ ਦਾਸ ਸਪੈਲਿੰਗ ਅਲੱਗ ਹੈ ਦੋਨਾਂ ਦੇ। ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ। ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ। ਮਹਾਰਾਜ ਕਹਿੰਦੇ ਆ ਨਾਨਕ ਵਖਾਣੇ, ਮੈਂ ਤਾਂ ਭਾਈ ਜੋ ਗੁਰੂ ਦੇ ਬਚਨਾਂ ਤੋਂ ਮੈਂ ਜਾਣਿਆ ਆ, ਮੈਂ ਉਹਨੂੰ ਵਖਾਣਦਾ ਆ। ਗੁਰੂ ਦੇ ਬਚਨਾਂ ਦੇ ਦੁਆਰਾ ਹੀ ਮਾਲਕ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ। ਹੇ ਸਖੀਓ ਆਓ ਆਪਾਂ ਗੁਰੂ ਦੀ ਮੱਤ ਲਈਏ, ਸੰਤਾਂ ਦੀ ਸੰਗਤ ਕਰੀਏ ਔਰ ਆਹ ਸੇਵਾ ਕਰੀਏ, ਇਸ ਸੇਵਾ ਦੇ ਵਿੱਚ ਲੱਗ ਜਾਈਏ। ਆਓ ਸਖੀ ਸੰਤ ਪਾਸ ਸੇਵਾ ਲਾਗੀਏ। ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਦੇਖ ਲਓ ਹਰੇਕ ਨਹੀਂ ਲੱਗਦਾ ਭਾਈ ਸੇਵਾ ਦੇ ਵਿੱਚ। ਜਿਹਦੇ ਮੱਥੇ ਤੇ ਭਾਗ ਜਾਗ ਗਏ, ਵੱਡੇ ਭਾਗ ਹੋ ਗਏ, ਉਹ ਸੇਵਾ ਦੇ ਵਿੱਚ ਲੱਗ ਗਿਆ। ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਉਹੀ ਸੇਵਾ ਚ ਲਾਇਆ ਹੈ ਭਾਈ। ਵੱਡੇ ਭਾਗ ਆ ਉਹਦੇ। ਤਾਕੀ ਪੂਰਨ ਆਸ ਜਿਹਨੇ ਸਾਧ ਸੰਗ ਪਾਇਆ, ਜਿਨ੍ਹਾਂ ਨੇ ਸਾਧ ਸੰਗਤ ਮਿਲ ਗਿਆ। ਬਹੁਤ ਘੱਟ ਸਪੈਲਿੰਗ ਮਿਲਣਗੇ ਸਾਧ ਸੰਗ ਦੇ ਇਸ ਤਰ੍ਹਾਂ ਦੇ, ਨਹੀਂ ਤਾਂ ਅੱਗੇ ਦੀ ਸਿਆਰੀ ਦੇ ਨਾਲ ਆ। ਭੇਦ ਕੀ ਹੈਗਾ ਦੋਨਾਂ ਦੇ ਵਿੱਚ? ਉਹ ਤਾਂ ਉਹਨੂੰ ਵੀ ਸਾਧ ਸੰਗ ਹੀ ਪੜ੍ਹਦੇ ਆ, ਇਹਨੂੰ ਵੀ ਸਾਧ ਸੰਗ ਪੜ੍ਹਦੇ ਆ। ਇੱਥੇ ਔਂਕੜ ਲੱਗੀ ਹੋਈ ਆ, ਉਹਦੇ ਵਿੱਚ ਸਿਆਰੀ ਲੱਗੀ ਹੁੰਦੀ ਆ। ਇੱਥੇ ਨਾਉਨ ਹੈਗਾ ਸਾਧ ਸੰਗ। ਜਿਹਨੇ ਵੀ ਸਾਧ ਦਾ ਸੰਗ ਪਾ ਲਿਆ ਉਹਦੀ ਆਸ ਪੂਰਨ ਹੋ ਜਾਏਗੀ। ਔਰ ਉਹ ਸਾਧ ਸੰਗ ਅੱਗੇ ਦੀ ਸਿਆਰੀ ਦੇ ਨਾਲ ਕੀ ਹੈ? ਸਾਧ ਦੀ ਸੰਗਤ ਦੇ ਦੁਆਰਾ, ਉਹ ਦੁਆਰਾ ਦੇ ਅਰਥ ਦਿੰਦੀ ਹੈ। ਤਾਂ ਕਿ ਪੂਰਨ ਆਸ ਜਿਹਨੇ ਸਾਧ ਸੰਗ ਪਾਇਆ। ਸਾਧ ਸੰਗ ਜਿਹੜਾ ਇੱਕ ਪਰਟੀਕੂਲਰ ਜਿਹੜਾ ਹੈਗਾ ਸਟ੍ਰੈਸ ਦੇ ਰਿਹਾ ਸ਼ਬਦ। ਤਾਂ ਕਿ ਪੂਰਨ ਆਸ ਜਿਹਨੇ ਸਾਧ ਸੰਗ ਪਾਇਆ। ਸਾਧ ਸੰਗੇ ਆ ਲਓ ਅੱਗੇ ਹੀ ਦੇੜਾ ਦੂਸਰੇ ਸਪੈਲਿੰਗ ਆ ਗਏ। ਸਾਧ ਸੰਗੇ ਹਰ ਕੇ ਰੰਗ। ਕਹਿੰਦੇ ਸਾਧੂ ਦੀ ਸੰਗਤ ਦੇ ਦੁਆਰਾ, ਸਾਧ ਸੰਗਤ ਦੇ ਦੁਆਰਾ ਪਰਮੇਸ਼ਰ ਦਾ ਰੰਗ ਚੜ੍ਹ ਜਾਂਦਾ ਹੈ। ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਣ ਦੇ ਨਾਲ ਗੋਬਿੰਦ ਸਿਮਰਨ ਲੱਗ ਗਿਆ। ਇਸ ਤਰ੍ਹਾਂ ਗੋਬਿੰਦ ਦੇ ਸਿਮਰਨ ਦੇ ਵਿੱਚ ਲੱਗ ਜਾਈਦਾ ਹੈ ਭਾਈ। ਸਾਧ ਸੰਗੇ ਗੁਰੂ ਦੀ ਸੰਗਤ ਦੇ ਦੁਆਰਾ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਗਿਆ, ਗੋਬਿੰਦ ਦੇ ਸਿਮਰਨ ਦੇ ਵਿੱਚ ਲੱਗ ਗਿਆ। ਪਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗਿਆ। ਜਿਹੜਾ ਵੀ ਲੱਗ ਗਿਆ ਉਹਦਾ ਮਾਇਆ ਦਾ ਭਟਕਣਾ, ਮੋਹ ਜਿਹੜਾ ਹੈਗਾ, ਮੋਹ ਵਿਕਾਰ, ਇਹ ਮੋਹ ਦਾ ਚਿੱਕੜ, ਇਹ ਵਿਸ਼ੇ ਵਿਕਾਰ, ਇਹ ਡੁਆਲਿਟੀ ਸਾਰੀ ਉਹਨਾਂ ਨੇ ਤਿਆਗ ਦਿੱਤੀ। ਸਾਧ ਸੰਗੇ ਹਰ ਕੇ ਰੰਗੇ ਗੋਬਿੰਦ ਸਿਮਰਨ ਲੱਗ ਗਿਆ। ਪਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗਿਆ। ਮਨ ਸ਼ਾਂਤ ਸਹਿਜ ਸੁਭਾਉ ਉਠਾ। ਮਨ ਦੇ ਵਿੱਚ ਸ਼ਾਂਤੀ ਆ ਗਈ, ਸਹਿਜ ਦਾ ਸੁਭਾਅ ਹੋ ਗਿਆ ਭਾਈ। ਪ੍ਰੇਮਾ ਭਗਤੀ ਹੋ ਗਈ। ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਉੱਠ ਗਿਆ। ਮਨ ਸ਼ਾਂਤ ਸਹਿਜ ਸੁਭਾਅ ਉਠਾ। ਆਨੰਦ ਮੰਗਲ ਗੁਣ ਗਾਇਆ। ਆਨੰਦ ਮੰਗਲ ਖੇੜਾ ਹੋ ਗਿਆ।
ਇਹ ਗੁਣ ਗਾਉਣੇ ਆਇਆ ਗੁਣ ਗਾਉਣੇ ਪਾਈ। ਨਾਨਕ ਵਖਾਣੈ ਗੁਰ ਬਚਨੇ ਜਾਣੈ, ਜਾਂ ਕੇ ਮਸਤਕ ਭਾਗ ਸੇ ਸੇਵਾ ਲਾਇਆ। ਮਹਾਰਾਜ ਕਹਿ ਰਿਹਾ ਭਾਈ ਮੈਂ ਤਾਂ ਉਸ ਮਾਲਕ ਪਰਮਾਤਮਾ ਨੂੰ ਵਖਾਣਦਾ ਹਾਂ, ਆਹੀ ਸੇਵਾ ਕਰਦਾ ਹਾਂ। ਗੁਰੂ ਦੇ ਬਚਨ ਜਿਹੜੇ ਹੈਗੇ, ਜਿਹੜਾ ਗੁਰੂ ਮੇਰਾ ਕਹਿ ਰਿਹਾ ਆ ਉਹਨਾਂ ਦੇ ਦੁਆਰਾ ਉਹ ਮਾਲਕ ਪਰਮਾਤਮਾ ਨੂੰ ਮੈਂ ਸੇਵਾ ਜਾਣੀ ਹੈ, ਔਰ ਇਸ ਸੇਵਾ ਦੇ ਦੁਆਰਾ ਮਾਲਕ ਨੂੰ ਜਾਣਨਾ ਹੈ। ਜਿਹਦੇ ਮੱਥੇ 'ਤੇ ਭਾਗ ਹੈਗੇ ਉਹ ਇਸ ਸੇਵਾ ਦੇ ਵਿੱਚ ਲਾਇਆ ਲੱਗ ਜਾਂਦਾ ਹੈ ਭਾਈ। ਹੁਣ ਇੱਕ ਹੋਰ ਲੈ ਲੈਂਦੇ ਹਾਂ ਜੀ। ਆਸਾ ਮਹੱਲਾ ਪੰਜਵਾਂ ਸ਼ਲੋਕ। ਹਰ ਹਰ ਨਾਮ ਜਪੰਤਿਆਂ ਕਛੁ ਨਾ ਕਹੈ ਜਮਕਾਲ। ਕਹਿੰਦੇ ਜਿਹੜਾ ਵੀ ਇਸ ਧਿਆਨ ਸਿਮਰਨ ਦੇ ਵਿੱਚ ਲੱਗ ਗਿਆ, ਜਪਣ ਦੇ ਵਿੱਚ ਲੱਗ ਗਿਆ, ਆਹ ਸੇਵਾ ਦੇ ਵਿੱਚ ਲੱਗ ਗਿਆ, ਪਰਮੇਸ਼ਰ ਦੇ ਚਰਨ ਸ਼ਬਦ ਰੂਪੀ ਜਿਹੜੇ ਚਰਨ ਆ ਉਹਨਾਂ ਦੀ ਸੇਵਾ 'ਚ ਲੱਗ ਗਿਆ, ਕਹਿੰਦੇ ਉਹ ਭਾਈ ਉਹਨੂੰ ਜਮਕਾਲ ਕੁਛ ਨਹੀਂ ਕਹਿ ਸਕਦਾ। ਉਹ ਜੂਨਾਂ ਦੇ ਵਿੱਚ ਨਹੀਂ ਲਿਜਾ ਸਕਦਾ ਭਾਈ, ਉਹਨੂੰ ਦੰਡਿਤ ਨਹੀਂ ਕਰ ਸਕਦਾ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਕਹਿੰਦੇ ਭਾਈ ਉਹਦੀ ਯਾਤਰਾ ਪੂਰੀ ਹੋ ਜਾਏਗੀ ਔਰ ਮਨ ਔਰ ਤਨ दोनों ਦੇ ਦੋਨੋਂ ਸੁਖੀ ਹੋ ਜਾਏਗਾ ਭਾਈ। ज्ञान इंद्रियां, कर्म इंद्रियां और मन सुखी हो जाएगा और यात्रा पूरी हो जाएगी। वो गोपाल परमात्मा दे महल दे विच चले जाएगा। शरीर दे बाद शरीर दे विच ही चले जाएगा और फिर शरीर नहीं पाएगा। नानक मन तन सुखी होए अंते मिला गोपाल। ये गोपाल दे भी लल्ले नूं औंकड़ लगी हुई है। देख लो गोपाल का मतलब है वो मालक परमात्मा। ये गोपाल जिहड़ा हैगा श्री कृष्ण नूं भी गोपाल कहते हैं। ये औंकड़ लगा के महाराज जिहड़े हैगे बिल्कुल क्रिस्टल क्लीयर कर देंदे गल नूं। छंत मिलो संतन कै संग मोहे उधार ले हो। हे मेरे मालका मैनू संतां दी साधुआं दी साध संगत बख्श। मैनू इस तरीके दे नाल संसार समुंदर तो पार लंघा दे। साध संगत की करना है? बिनो करों कर जोड़ हर हर नाम देहो। उन्हां दे अगे मैं कर जोड़ के जिहड़ा हैगा नतमस्तक हो के जिहड़े अपनी बुद्ध धरती ते रख के जिहड़ा हैगा उन्हां दी गाइडेंस दे द्वारा परमेश्वर दा ध्यान सिमरन जिहड़ा हैगा ये करना सिख लां। बेनती करां भी मैनू नाम दिओ। मिलो संतन कै संग मोहे उधार लेहो। बिनो करो कर जोड़ हर हर नाम देहो। हर नाम मांगो चरण लागो मान त्यागो तुम दया। हे मेरे मालका मेहर कर मैनू दे, मैनू साध संगत बख्श। मैनू नाम चाहिदा है तेरा, तेरे चरणा दे नाल लग जावां। मैं अपना मान अपनी जिहड़ी हैगी आ हौमे ये त्याग देवां। मेरे उत्ते दया कर। कतो न तावो शरण पावो करुणा में प्रभ कर मया। हे मेरे मालका तू दयालु हैगा आ, तू मेहर करन वाला आ। मेरे उत्ते मेहर कर। मैं ना किते दौड़ा, मैं तेरी शरण दे विच रवां। मैं साध संगत साधुआं दी शरण दे विच रवां। मेरे उत्ते मेहर कर। समर्थ अगथ अपार निर्मल सुनो स्वामी बिनो एहो। तू समर्थ है मालका। अगथ का मतलब है तेरी गाथा जिहड़ी हैगी वो गाथा जिहड़ी हैगी अगथ अकथ हैगी आ। तू अपार शक्ति का मालक है। तेरा पारावार नहीं पाया जा सकता। तू निर्मल हैगा आ। मेरी बेनती सुन। तू मालक हैगा आ। मैं तेरे कोल ही बेनती जिहड़ी हैगी तू ही मेरी बेनती सुन सकदा है। समर्थ अगथ अपार निर्मल सुनो स्वामी बिनो एहो। कि कर जोड़ नानक दान मांगे जन्म मरण निवार लिहो। हे मेरे मालका देखो मन दे विचों पुकार उठ रही है। कर जोड़ नानक दान मांगे। आ दान चाहिदा है भाई। दाते दात रखी हथ अपने जिस पावे तिस देई। आही एक चीज़ है जिहड़ी मालक परमात्मा जिहड़ा डिमांड ते दिंदा है, जैन्यून डिमांड ते दिंदा है। इस तरह कर जोड़ के जिहड़ा हैगा मन और जिहड़ा हैगा अपने बुद्धि
ਉਹਦੇ ਨਾਲ ਜਿਹੜਾ ਹੈਗਾ ਇੱਕ ਕਰਕੇ ਜਿਹੜਾ ਹੈਗਾ ਡਿਮਾਂਡ ਕਰਦਾ ਹੈ, ਉਹਨੂੰ ਜਿਹੜੀ ਹੈਗੀ ਦਾਨ ਮਿਲਦਾ ਹੈ, ਉਹਦਾ ਜਨਮ ਮਰਨ ਜਿਹੜਾ ਹੈਗਾ ਦੂਰ ਹੋ ਜਾਂਦਾ ਹੈ। ਕਰ ਜੋੜ ਨਾਨਕ ਦਾਨ ਮੰਗੇ, ਜਨਮ ਮਰਨ ਨਿਵਾਰ ਲਿਓ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ। ਹੁਣ ਦੇਖ ਲਓ ਭਾਈ, ਦਾਨ ਕੌਣ ਮੰਗ ਰਿਹਾ ਆ? ਕੀ ਮਹਾਰਾਜ ਆਪਾਂ ਨੂੰ ਜਾਚ ਸਿਖਾ ਰਹੇ? ਕਹਿੰਦੇ ਮੈਂ ਤਾਂ ਬਹੁਤ ਅਪਰਾਧ ਕਰਨ ਵਾਲਾ ਹਾਂ, ਮੇਰੀ ਮੱਤ ਜਿਹੜੀ ਹੈ ਬਹੁਤ ਨੀਵੇਂ ਦਰਜੇ ਦੀ ਮੱਤ ਹੈਗੀ ਮੇਰੀ, ਮੇਰੇ ਕੋਲ ਕੋਈ ਗੁਣ ਨਹੀਂ ਹੈਗਾ, ਮੈਂ ਅਨਾਥ ਹੈਗਾ ਮਾਲਕਾ, ਮੈਂ ਨੀਚ ਹੈਗਾ ਆ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ। ਸੱਠ ਕਠੋਰ, ਮੈਂ ਬਹੁਤ ਕਠੋਰ ਦਿਲ ਦਾ ਆ। ਸੱਠ ਕਹਿੰਦੇ ਆ ਛਲੀਆ, ਕਪਟੀ। ਕੁਲਹੀਨ, ਮੇਰੀ ਚੰਗਾ ਕੁਲ ਨਹੀਂ ਹੈਗਾ। ਵਿਆਪਤ ਮੋਹ ਕੀਚ, ਮੈਂ ਚਿੱਕੜ, ਮੋਹ ਦੇ ਚਿੱਕੜ ਦੇ ਵਿੱਚ ਪੂਰੀ ਤਰ੍ਹਾਂ ਫਸਿਆ ਪਿਆ ਆ। ਸਵਾਦਾਂ ਦਾ ਚਿੱਕੜ, ਰਸਾਂ ਕਾਸਾਂ ਦਾ ਚਿੱਕੜ। ਮਲ ਭਰਮ ਕਰਮ ਅਹੰਗ ਮਮਤਾ, ਮਰਨ ਚੀਤ ਨਾ ਆਵੈ। ਮੈਂ ਤਾਂ ਜਿਹੜਾ ਹੈਗਾ ਇਹ ਭਰਮ ਜਿਹੜਾ ਹੈਗਾ, ਇਹ ਕਰਮ ਕਾਂਡ ਜਿਹੜੇ ਹੈਗੇ ਆ, ਇਹ ਮੈਲ ਜਿਹੜੀ ਹੈਗੀ ਮੇਰੀ ਹਉਮੈ ਮਮਤਾ ਦੀ ਮੈਲ, ਭਰਮ ਦੀ ਮੈਲ, ਇਹ ਸਵਾਦਾਂ ਦੀ, ਇਹ ਕਰਮ ਕਾਂਡ। ਕਹਿੰਦੇ ਮੈਨੂੰ ਮਰਨਾ ਚਿੱਤ ਨਹੀਂ ਆਉਂਦਾ। ਮਲ ਭਰਮ ਕਰਮ ਅਹੰਗ ਮਮਤਾ, ਮਰਨ ਚੀਤ ਨਾ ਆਵੈ। ਬਣਤਾ ਵਿਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵੈ। ਅਗਿਆਨ ਵਸ਼ ਹੋ ਕੇ ਮੈਂ ਮਾਲਕਾ ਇਹ ਬੱਚਿਆਂ ਦਾ, ਘਰਵਾਲੀ ਦਾ ਸੁੱਖ, ਇਹ ਦੁਨੀਆ ਦੇ ਜਿਹੜੇ ਹੈਗੇ ਖੇੜੇ, ਮਾਇਆ ਦੇ ਜਿਹੜੇ ਹੈਗੇ ਰਸਕਸ, ਮਾਇਆ ਦੇ ਜਿਹੜੇ ਹੈਗੇ ਆ ਆਨੰਦ, ਇਹ ਅਗਿਆਨਤਾ ਦੇ ਵਿੱਚ ਹੀ ਲਿਪਟਿਆ ਹੋਇਆ ਆ। ਔਰ ਮੈਨੂੰ ਨਹੀਂ ਪਤਾ ਲੱਗਦਾ, ਖਿਸੈ ਜੋਬਨ ਵਧੈ ਜਰੂਆ, ਦਿਨ ਨਿਹਾਰੇ ਸੰਗ ਮੀਚ। ਮੈਨੂੰ ਨਹੀਂ ਪਤਾ ਲੱਗਦਾ ਮੇਰੀ ਜਵਾਨੀ ਜਿਹੜੀ ਹੈਗੀ ਜਾ ਰਹੀ ਹੈ, ਖਿਸਕ ਰਹੀ ਹੈ, ਔਰ ਮੇਰੇ ਬੁਢਾਪਾ ਜਿਹੜਾ ਹੈਗਾ ਵੱਧ ਰਿਹਾ ਆ। ਖਿਸੈ ਜੋਬਨ ਵਧੈ ਜਰੂਆ, ਜਦੋਂ ਜਰੂਆ ਕਹਿੰਦੇ ਜਰ ਵੱਧ ਰਹੀ ਹੈ। ਦਿਨ ਨਿਹਾਰੇ ਸੰਗ ਮੀਚ, ਔਰ ਕਾਲ ਰੂਪੀ ਬਿੱਲੀ ਜਿਹੜੀ ਹੈਗੀ ਉਹ ਮੈਨੂੰ ਮੇਰੇ ਦਿਨ ਗਿਣ ਰਹੀ ਹੈ, ਕਾਦੇ ਪੂਰੀ ਹੋ ਜਾਣ, ਕਾਦੇ ਨੂੰ ਲੈ ਕੇ ਆਈਏ, ਕਾਦੇ ਵੱਖ ਕਰੀਏ ਸਰੀਰ ਤੋਂ। ਖਿਸੈ ਜੋਬਨ ਵਧੈ ਜਰੂਆ, ਦਿਨ ਨਿਹਾਰੇ ਸੰਗ ਮੀਚ। ਬਿਨਵੰਤ ਨਾਨਕ ਆਸ ਤੇਰੀ, ਸਰਣ ਸਾਧੂ ਰਾਖ ਨੀਚ। ਹੇ ਮੇਰੇ ਮਾਲਕਾ, ਮੇਰੀ ਬੇਨਤੀ ਹੈਗੀ, ਤੇਰੀ ਆਸ ਹੈਗੀ ਆ, ਤੂੰ ਆਪਣੇ ਸਾਧੂਆਂ ਦੀ ਸੰਗਤ ਦੇ ਵਿੱਚ ਰੱਖ ਮੈਨੂੰ ਨੀਚ ਨੂੰ। ਬਿਨਵੰਤ ਨਾਨਕ ਆਸ ਤੇਰੀ, ਸਰਣ ਸਾਧੂ ਰਾਖ ਨੀਚ। ਪਰਮੇ ਜਨਮ ਅਨੇਕ ਸੰਕਟ ਮਹਾਜੋਨ। ਕਹਿੰਦੇ ਅਨੇਕਾਂ ਜਨਮਾਂ 'ਚ ਮੈਂ ਭਟਕ ਕੇ ਆ ਚੁੱਕਾ ਹਾਂ। ਇੰਨੀਆਂ ਸੰਕਟਮਈ ਮਹਾਜੋਨ, ਕਹਿੰਦੇ ਇੰਨੀ ਭਿਆਨਕ ਜੂਨਾਂ ਦੇ ਵਿੱਚ ਆ ਗਿਆ, ਇੰਨੀ ਭਿਆਨਕ ਜੂਨਾਂ ਕੱਟ ਕੇ ਆਇਆ। ਪਰਮੇ ਜਨਮ ਅਨੇਕਾਂ ਹੀ ਜਨਮ, ਗਿਣੇ ਹੀ ਨਹੀਂ ਜਾ ਸਕਦੇ, ਗਿਣੀਆਂ ਹੀ ਨਹੀਂ ਜਾਂਦੀਆਂ ਜੂਨਾਂ। ਮਹਾਜੋਨ, ਇੰਨੇ ਸੰਕਟ। ਲਪਟ ਰਿਓ ਤੇ ਸੰਗ ਮੀਠੇ ਭੋਗ ਸੌਣ। ਕਹਿੰਦੇ ਮੈਂ ਹਾਲੇ ਵੀ ਜਿਹੜਾ ਹੈਗਾ ਉਹਨਾਂ ਭੋਗਾਂ ਦੇ ਵਿੱਚ ਹੀ ਲਿਪਟਿਆ ਹੋਇਆ। ਉਹੀ ਜਿਹੜੇ ਹੈਗੇ ਸੋਨ, ਕਹਿੰਦੇ ਸੋਨਾ, ਉਹਨਾਂ ਨੂੰ ਹੀ ਮੈਂ ਸੋਨਾ ਸਮਝਿਆ ਹੋਇਆ ਹੈ। ਬਸ ਧਨ ਦੌਲਤ, ਭੋਗ ਵਿਲਾਸ, ਆਹੀ ਮੇਰਾ ਟਾਰਗੇਟ ਹੁਣ ਵੀ ਹੈਗਾ। ਲਪਟ ਰਿਓ ਤੇ ਸੰਗ ਮੀਠੇ ਭੋਗ ਸੋਨ। ਪਰਮਤ ਭਾਰ ਅਗੰਤ ਆਇਓ। ਇਸ ਤਰ੍ਹਾਂ ਭਟਕਣ ਦੇ ਨਾਲ, ਪਦਾਰਥਾਂ ਦੇ ਸਵਾਦਾਂ ਦੇ ਰਸਕਸ ਚੋਗੇ ਦੇ ਨਾਲ, ਕਹਿੰਦੇ ਪਾਪਾਂ ਦਾ ਬਹੁਤ ਭਾਰ ਇਕੱਠਾ ਹੋ ਜਾਂਦਾ ਹੈ। ਪਰਮਤ ਭਾਰ ਅਗੰਤ ਆਇਓ, ਬਹੁਤ ਪਰਦੇਸਾਂ ਧਾਇਓ। ਬਹੁਤ ਜੂਨਾਂ ਦੇ ਵਿੱਚ, ਬਹੁਤ ਪਰਦੇਸਾਂ ਦੇ ਵਿੱਚ ਮੈਂ ਭਟਕ ਕੇ ਆ ਚੁੱਕਾ ਹਾਂ। ਆਵੋੜ ਧਾਰੀ ਪ੍ਰਭ ਮੁਰਾਰੀ, ਸਰਬ ਸੁਖ ਹਰ ਨਾਇਓ। ਕਹਿੰਦੇ ਹੁਣ ਮਾਲਕਾ ਬਸ ਤੇਰੀ ਓਟ ਲੈ ਲਈ ਆ, ਤੇਰੇ ਸਾਧ ਸੰਗਤ ਦੀ ਓਟ ਲੈ ਲਈ ਆ। ਹੇ ਪਾਪਾਂ ਨੂੰ ਦੂਰ ਕਰਨ ਵਾਲਿਆ, ਸਰਬ ਸੁਖ ਹਰ ਨਾਇਓ, ਤੇਰੇ ਨਾਮ ਦੇ ਵਿੱਚ ਹੀ ਸਾਰੇ ਸੁਖ ਹੈਗੇ। ਰਾਖਨ ਹਾਰੇ ਪ੍ਰਭ ਪਿਆਰੇ, ਮੁਝ ਤੇ ਕਛੂ ਨਾ ਹੋਆ ਹੋਣ।
हे मेरे मालका तू रखण वाला है, तू प्यारा है। मेरे तो अज तक कुछ होया है नहीं होया ते ना मैं अगे गाहां कर सकदा है। राखन हारे प्रभ प्यारे मुझ ते कछु ना हुआ होन ना होगा ते ना होया है। सुख सहज आनंद नानक किरपा तेरी तरे भवन। हे सुखां दे सागरा आनंद दे दातिया तेरी किरपा दे नाल जिहड़ा है संसार समुंदर जिहड़ा है तरिया जा सकता है। सुख सहज आनंद नानक किरपा तेरी तरे भवन। आनंद खुशी खेड़े सुख सहज अवस्था तेरी किरपा दे नाल मिल सकती है। संसार समुंदर तरिया जा सकता है। नाम तारीक उदारे भगत है संसा कौन। ओ हो हे मेरे मालका ਜਿਹੜੇ ਜਿਹੜੇ ਸਿਰਫ ਜਿਹੜੇ ਹੈਗੇ ਨਾਮ ਤਰੀਕ ਸੀਗੇ ਜਿਨ੍ਹਾਂ ਨੇ ਭਗਤੀ ਨਹੀਂ ਸੀ ਉਹਨਾਂ ਦੇ ਅੰਦਰ, ਸਾਧੂ ਨਹੀਂ ਸੀਗੇ ਪਰ ਨਾਮ ਮਾਤਰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਨਾਮ ਮਾਤਰ ਸਾਧੂ ਸੀਗੇ। ਨਾਮ ਸਾਧੂਆਂ ਦਾ ਸੀਗਾ, ਨਾਮ ਭਗਤ ਕਹਿਲਾਉਂਦੇ ਸੀਗੇ। ਤੂੰ ਤਾਂ ਉਹਨਾਂ ਨੂੰ ਵੀ ਤਾਰ ਦਿੱਤਾ। ਨਾਮ ਤਾਰੀਕ ਉਦਾਰੇ ਭਗਤਾਂ ਸੰਸਾ ਕੌਣ। ਜਿਹੜਾ ਭਗਤੀ ਕਰਨ ਵਾਲੇ ਉਹਨਾਂ ਨੂੰ ਕਾਹਦਾ ਸ਼ੱਕ ਹੈਗਾ ਫਿਰ। ਨਾਮ ਤਾਰੀਕ ਉਦਾਰੇ ਭਗਤਾਂ ਸੰਸਾ ਕੌਣ। ਜੈਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ। ਇਸ ਕਰਕੇ ਭਾਈ ਜਿਸ ਤਰੀਕੇ ਦੇ ਨਾਲ ਵੀ ਹੋ ਸਕੇ, ਜੈਨ ਕੇਨ ਪ੍ਰਕਾਰੇ ਜਿਸ ਤਰੀਕੇ ਦੇ ਨਾਲ ਵੀ ਹੋ ਸਕੇ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦਾ ਜਸ ਸੁਣ ਲਓ ਭਾਈ, ਪਰਮੇਸ਼ਰ ਦਾ ਜਸ ਸੁਣ ਲਓ। ਜੈਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ। ਸੁਨ ਸਰਵਣ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ। ਜਿਹੜਾ ਹੈਗਾ ਇਹ ਧਿਆਨ ਸਿਮਰਨ ਇਹ ਸੁਣ ਲੱਗ ਪੈਂਦਾ ਹੈ ਭਾਈ। ਸੁਨ ਸਰਵਣ ਬਾਣੀ, ਇਹ ਬਾਣੀ ਉਹ ਗਿਆਨਵਾਨ ਹੋ ਜਾਂਦਾ ਹੈ ਭਾਈ। ਉਹ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ ਉਸ ਤੋਂ ਮਨ ਦੇ ਵਿੱਚ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਪਾ ਲੈਂਦਾ ਹੈ। ਸੁਨ ਸਰਵਣ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵੇ। ਉਹ ਜਿਹੜਾ ਹੈਗਾ ਨਿਧਾਨ ਪਾ ਲੈਂਦਾ ਹੈ ਮਨ ਦੇ ਵਿੱਚ। ਨਾਮ ਰੂਪੀ ਜਿਹੜਾ ਹੈਗਾ ਪਦਾਰਥ ਪ੍ਰਗਟ ਹੋ ਜਾਂਦਾ ਹੈ। ਹਰ ਰੰਗ ਰਾਤੇ ਪ੍ਰਭ ਵਿਦਾਤੇ ਰਾਮ ਕੇ ਗੁਣ ਗਾਵੇ। ਇਸ ਤਰ੍ਹਾਂ ਪਰਮੇਸ਼ਰ ਦੇ ਰੰਗ ਦੇ ਵਿੱਚ ਰਤਿਆ ਜਾਂਦਾ ਹੈ। ਉਹ ਮਾਲਕ ਪਰਮਾਤਮਾ ਦੇ ਜਿਹੜਾ ਸਾਰਿਆਂ ਦਾ ਵਿਦਾਤਾ ਹੈਗਾ ਉਹਦੇ ਗੁਣ ਆਇਆ, ਉਹਦੇ ਗੁਣ ਗਾਉਣੇ। ਰਾਮ ਕੇ ਗੁਣ ਗਾਵੇ। ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਜਸ ਲਿਖਣ ਦੇ ਵਾਸਤੇ ਜੇ ਕਿਤੇ ਸਾਰੀ ਦੀ ਸਾਰੀ ਧਰਤੀ ਜਿਹੜੀ ਕਾਗਜ਼ ਬਣ ਜਾਏ ਤੇ ਸਾਰੀ ਦੀ ਸਾਰੀ ਵੈਜੀਟੇਸ਼ਨ ਜਿਹੜੀ ਹੈਗੀ ਆ, ਪੇੜ ਪੌਦੇ ਜਿਹੜੀ ਆ, ਇਹਨਾਂ ਦੀ ਕਲਮ ਬਣਾ ਲਾਵਾਂ, ਕਲਮਾਂ ਹੀ ਬਣਾਈ ਜਾਵਾਂ। ਲਿਖਣ ਕੋ ਜੇ ਹੋਏ ਪਾਉਣ ਤੇ ਸਿਆਹੀ ਜਿਹੜੀ ਹੈਗੀ ਆ ਹਵਾ ਨੂੰ ਸਿਆਹੀ ਬਣਾ ਲਾਂ, ਹਵਾ ਦੇ ਨਾਲ ਲਿਖਣਾ ਸ਼ੁਰੂ ਕਰਦਾ। ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਨ। ਕਹਿੰਦੇ ਇਹ ਮੇਰੇ ਮਾਲਕਾ ਤੂੰ ਬੇਅੰਤ ਹੈਗਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਉਸ ਮਾਲਕ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਲਈ ਹੈ ਮਾਲਕਾ। ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ। ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਨ। ਉਸ ਮਾਲਕ ਪਰਮਾਤਮਾ ਦੀ ਚਰਨ ਸ਼ਰਨ ਗਹੀ ਲੈ ਲਈ। ਹਾਂਜੀ 8 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਭਾਈ ਸਾਹਿਬ ਜੀ, ਸਾਰੀ ਸੰਗਤ। ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Wow.